नमस्कार प्यारे विद्यार्थियों, ਅੱਜ ਅਸੀਂ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਅਤੇ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਦੇ ਅੰਤਰਗਤ ਹਿਸਟਰੀ ਦਾ ਟੌਪਿਕ ਐਵੋਲੂਸ਼ਨ ਆਫ अर्ਲੀ ਮੈਨ यानी कि आदि मानव ਦਾ ਵਿਕਾਸ ਪੜ੍ਹਨ ਜਾ ਰਹੇ ਹਾਂ। आओ शुरू करिए। ਤੁਹਾਡੇ ਵਿੱਚੋਂ ਕਈ ਵਿਦਿਆਰਥੀਆਂ ਨੂੰ ਇਹ ਲੱਗਦਾ ਹੋਵੇਗਾ ਕਿ ਇਸ ਟੌਪਿਕ ਸਾਡੇ ਸਿਲੇਬਸ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ, पर जो तुसी अर्ली सोसाइटीज़ टॉपिक नूं देखदे हो तो उहदे अंतरगत असी सब तो पहला मनुख दा विकास ही स्टडी करदे हां, क्योंकि आरंभिक समाज तक पहुंचण लई मनुख नूं किन्ना सफर तय करना पिया, किन्ने मिलियन साल लगे ते इन्हां सालां दे दौरान उहदे विच की तब्दीलियां आईयां, ये डिस्कस करे बिना साडा आरंभिक समाज दा जिहड़ा टॉपिक है वो अधूरा होएगा। इसलिए असी सब तो पहला मनुख के विकास बारे गलबात करांगे। ह्यूमन एग्जिस्टेंस इज 5.6 मिलियन ईयर एगो रिटन एज MYA। कई बार पेपर दे विच MYA लिखिया आ जाता है या पंजाबी वाली साइड ते माया लिखिया आ जाता है। इसका की अर्थ है? इसका अर्थ है ये शॉर्ट फॉर्म है असल दे विच मिलियन ईयर्स एगो। तो जिहड़ी मनुख दी होंद है धरती दे उपर 5.6 मिलियन साल पुरानी है। कहण दा भाव ਜਿਹੜਾ ਅੱਜ ਸਾਨੂੰ ਮਨੁੱਖ ਦਿਖਦਾ ਜਾਂ ਮਨੁੱਖ ਵਰਗੇ ਜਿਹੜੇ ਵੀ ਜੀਵ ਧਰਤੀ ਤੇ ਆਏ ਸੀ ਉਹਨਾਂ ਦੀ ਹੋਂਦ ਧਰਤੀ ਤੇ 5.6 ਮਿਲੀਅਨ ਸਾਲ ਪਹਿਲਾਂ ਦੇਖੀ ਗਈ ਸੀ। That the first human-like creatures appeared on the Earth's surface. After this, the several forms of humans emerged and then became extinct. Human beings resembling us originated about 1,60,000 years ago. ਤਾਂ ਜੇ ਅਸੀਂ ਗੱਲ ਕਰੀਏ ਕਿ ਮਨੁੱਖ ਦੀ ਹੋਂਦ 5.6 ਮਿਲੀਅਨ ਸਾਲ ਪੁਰਾਣੀ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਅੱਜ ਵਾਲਾ ਮਨੁੱਖ ਬਣਨ ਤੋਂ ਪਹਿਲਾਂ ਜਿਹੜੇ ਫਾਰਮ ਦੇ ਵਿੱਚ ਮਨੁੱਖ ਧਰਤੀ ਤੇ ਦਿਖਾਈ ਦਿੱਤਾ ਸੀ ਜਾਂ ਮਨੁੱਖ ਵਰਗੇ ਜੀਵ ਦਿਖਾਈ ਦਿੱਤੇ ਸੀ ਉਹ 5.6 ਮਿਲੀਅਨ ਸਾਲ ਪਹਿਲਾਂ ਦੇਖੇ ਗਏ ਸੀ। ਉਸ ਤੋਂ ਬਾਅਦ ਮਨੁੱਖ ਦੇ ਰੂਪ ਵਿੱਚ ਕਈ ਤਬਦੀਲੀਆਂ ਆਉਂਦੀਆਂ ਗਈਆਂ। ਸਮੇਂ ਦੇ ਨਾਲ ਪੁਰਾਣਾ ਮਨੁੱਖ ਅਲੋਪ ਹੋ ਗਿਆ ਤੇ ਜਿਹੜਾ ਹਿਊਮਨ ਅੱਜ ਵਾਲਾ ਜਿਹੜਾ ਮਨੁੱਖ ਹੈ ਜਿਹੜਾ ਅੱਜ ਦਾ ਮਨੁੱਖ ਨਾਲ ਮਿਲਦਾ ਜੁਲਦਾ ਹੈ ਉਹ ਸਾਨੂੰ 1,60,000 ਸਾਲ ਪਹਿਲਾਂ ਦਿਖਾਈ ਦਿੱਤਾ। Of human evolution comes from fossils of species of humans which have become extinct। ਮਨੁੱਖੀ ਵਿਕਾਸ ਦੀ ਸ਼ੁਰੂਆਤ ਦੇ ਵਿੱਚ ਮਨੁੱਖ ਦੀਆਂ ਕਿਸਮਾਂ ਕਿੱਥੋਂ ਸਾਨੂੰ ਪਤਾ ਲੱਗਦੀਆਂ? ਇਹਦੇ ਫੋਸਿਲਸ ਤੋਂ ਪਥਰਾਟਾਂ ਤੋਂ ਪਤਾ ਲੱਗਦੀਆਂ ਨੇ ਜਿਹੜੀਆਂ ਕਿ ਹੌਲੀ ਹੌਲੀ ਜਿਹੜੀ ਕਿਸਮਾਂ ਸੀ ਉਹ ਅਲੋਪ ਹੁੰਦੀਆਂ ਗਈਆਂ। ਹੁਣ ਇਹ ਕਿਸਮਾਂ ਕਿਉਂ ਅਲੋਪ ਹੋਈਆਂ? ਜਿਵੇਂ ਜਿਵੇਂ ਵਾਯੂਮੰਡਲ ਦੇ ਵਿੱਚ ਪਰਿਵਰਤਨ ਹੁੰਦਾ ਗਿਆ, ਪੌਣ ਪਾਣੀ ਬਦਲਦਾ ਗਿਆ, ਜਿਹੜੇ ਮਨੁੱਖ ਆਪਣੇ ਆਪ ਨੂੰ ਨਵੀਂ ਜਿਹੜੀ ਪੌਣ ਪਾਣੀ ਦੇ ਅਕੋਰਡਿੰਗ ਅਨੁਕੂਲਿਤ ਕਰਦਾ ਗਿਆ, ਜਿਹੜੀ ਪਿਛਲੀਆਂ ਕਿਸਮਾਂ ਸੀ ਜਿਹੜੀਆਂ ਕਿ ਉਸ ਵਾਤਾਵਰਣ ਨੂੰ ਸਹਾਰ ਨਹੀਂ ਸਕਦੀਆਂ ਸੀ ਉਹ ਅਲੋਪ ਹੁੰਦੀਆਂ ਗਈਆਂ। ਦੀ ਸਟੋਰੀ ਆਫ ਹਿਊਮਨ ਐਵੋਲੂਸ਼ਨ ਇਜ਼ ਇਨਰਮਸਲੀ ਲੌਂਗ। ਮਨੁੱਖੀ ਵਿਕਾਸ ਦੀ ਕਹਾਣੀ ਬਹੁਤ ਹੀ ਲੰਬੀ ਹੈ which goes back between 36 and 24 MYA, ਜਿਹੜੀ ਕਿ 36 ਤੋਂ ਲੈ ਕੇ 24 ਮਿਲੀਅਨ ਈਅਰਸ ਐਗੋ ਤੱਕ ਚਲੀ ਜਾਂਦੀ ਹੈ। Primates, a category of mammals, emerged in Asia and Africa about 36 MYA। ਜੇ ਅਸੀਂ ਸਭ ਤੋਂ ਪੁਰਾਣੇ ਪ੍ਰਾਈਮੇਟਸ ਯਾਨੀ ਕਿ ਥਣਧਾਰੀ ਜੀਵਾਂ ਦੀ ਗੱਲ ਕਰੀਏ, ਮੈਮਲਸ ਦੀ ਗੱਲ ਕਰੀਏ ਤਾਂ ਉਹ ਏਸ਼ੀਆ ਤੇ ਅਫਰੀਕਾ ਦੀ ਧਰਤੀ ਤੇ ਉੱਪਰ 36 ਮਿਲੀਅਨ ਸਾਲ ਪਹਿਲਾਂ ਦੇਖੇ ਗਏ ਸੀ। ਯਾਨੀ ਕਿ ਸਭ ਤੋਂ ਪਹਿਲਾਂ ਕੀ ਆਏ? ਮੈਮਲਸ ਆਏ। Subsequently by 24 MYA there emerged a subgroup named hominoids। 24 ਮਿਲੀਅਨ ਈਅਰਸ ਐਗੋ ਇੱਕ ਨਵੀਂ ਜਾਤੀ ਹੋਂਦ ਦੇ ਵਿੱਚ ਆਈ, ਇੱਕ ਸਬਗਰੁੱਪ ਹੋਂਦ ਚ ਆਇਆ ਜਿਹਨੂੰ ਕਿ ਹੋਮਿਨੋਇਡਸ ਕਿਹਾ ਜਾਂਦਾ ਹੈ, ਜਿਹਦੇ ਵਿੱਚ ਜਿਹੜੇ ਏਪਸ ਨੇ ਉਹ ਸ਼ਾਮਿਲ ਨੇ। ਠੀਕ ਹੈ, ਬਾਂਦਰ ਸ਼ਾਮਿਲ ਨੇ ਜਿਹੜੇ ਸਾਡੇ ਪੂਰਵਜ ਮੰਨੇ ਜਾਂਦੇ ਨੇ। ਮਚ ਲੇਟਰ ਅਬਾਊਟ 5.6 ਮਿਲੀਅਨ ਈਅਰਸ ਐਗੋ, बहुत समय बाद 5.6 मिलियन ईयर्स एगो we find the evidence of first hominids। फिर असी सानू कादे सबूत मिले? असी ऊपर गल करके आए हैं अज दे मनुख दा जिहड़ा मिलदा जुलदा जीव सी, ठीक है, ह्यूमन वर्गे जिहड़े क्रिएचर सी जिन्हां नूं असी होमिनिड्स कहने आ, ਉਹ 5.6 मिलियन साल पहला देखे गए सी। हुण असी गल करदे दो किस्मां दी असी गल कर ली। 24 मिलियन ईयर्स एगो की आया? होमिनॉइड्स। 5.6 मिलियन ईयर्स एगो की आए? होमिनिड्स। वाइल होमिनिड्स हैव इवॉल्वड फ्रॉम होमिनॉइड्स, यानी कि होमिनिड्स का जिहड़ा विकास है होमिनॉइड्स तो होया
and share certain common features ਤੇ ਇਹਨਾਂ ਦੇ ਵਿੱਚ ਕੁਝ ਜਿਹੜੀਆਂ common ਮਿਲਦੀਆਂ ਜੁਲਦੀਆਂ ਵਿਸ਼ੇਸ਼ਤਾਵਾਂ ਨੇ। there are major differences as well, ਪਰ ਇਹਨਾਂ ਵਿੱਚ ਬਹੁਤ ਵੱਡੇ ਵੱਡੇ ਅੰਤਰ ਵੀ ਪਾਏ ਜਾਂਦੇ ਨੇ। ਜਿਵੇਂ ਕਿ hominoids have a smaller brain than hominids, ਜਿਹੜੇ hominoids ਸੀਗੇ ਉਹਨਾਂ ਦੇ ਜਿਹੜੇ ਬ੍ਰੇਨ ਸੀ ਉਹ ਛੋਟੇ ਸੀ, ਜਿਹੜੇ hominids ਨੇ ਇਹਨਾਂ ਦੇ ਵੱਡੇ ਨੇ। hominoids ਜਿਹੜੇ ਸੀ they are quadrupeds whereas hominids are bipedal, ਜਿਹੜੇ hominoids ਸੀਗੇ ਉਹ ਦੋ ਚੁਪਾਇਆ ਚਾਰ ਪੈਰਾਂ ਵਾਲੇ ਜੀਵ ਸੀ, ਜਿਹੜੇ hominids ਨੇ ਅੱਜ ਕੱਲ ਦੇ ਮਨੁੱਖ ਦੀ ਜਿਹੜੀ ਸਪੀਸੀਜ਼ ਹੈ ਇਹ ਬਾਈਪੀਡਲ ਦੋ ਪੈਰਾਂ ਵਾਲੀ ਸੀ। The first hominids originated in Africa, ਇਹ ਸਿੱਧਾ ਸਿੱਧਾ ਪ੍ਰਸ਼ਨ ਬਣ ਰਿਹਾ ਹੈ, ਚਾਹੇ hominids ਪਾ ਦੇਣ ਚਾਹੇ अर्ली मैन पा देन कुछ भी पा देन, कि ਜਿਹੜਾ फर्स्ट ह्यूमन ਦੀ ਜਿਹੜੀ ਸਪੀਸੀਜ਼ ਹੈ ਉਹ ਕਿੱਥੇ ओरिजिनेट ਹੋਈ ਸੀ, ਉਹ ਅਫਰੀਕਾ ਦੇ ਵਿੱਚ ओरिजिनेट ਹੋਈ ਸੀ। There are two evidences, ਦੋ ਸਬੂਤ ਨੇ, ਇਸ ਦੇ ਦੋ ਪ੍ਰਮਾਣ ਨੇ। The group of African apes are most closely similar to those hominids, ਜਿਹੜੇ ਅਫਰੀਕਾ ਦੇ ਵਿੱਚ ਪਾਏ ਜਾਣ ਵਾਲੇ apes ਨੇ hominoids ਨੇ ਉਹ ਜ਼ਿਆਦਾ ਸਿਮਿਲਰ ਨੇ hominids ਦੇ, ਜ਼ਿਆਦਾ ਮੇਲ ਖਾਂਦੇ ਨੇ। Second, the earliest hominid fossils have been found in East Africa, ਤੇ ਸਭ ਤੋਂ ਪਹਿਲੇ ਜਿਹੜੇ ਮਨੁੱਖ ਦੇ ਜਿਹੜੇ fossils ਨੇ ਪਥਰਾਟ ਨੇ hominids ਦੇ ਪਥਰਾਟ ਨੇ ਉਹ ਕਿੱਥੇ ਲੱਭੇ ਗਏ ਨੇ, ਪੂਰਬੀ ਅਫਰੀਕਾ ਦੇ ਵਿੱਚ। Hominids belong to a family known as hominid which includes all forms of human beings, ਜਿਹੜੀ hominid ਨਾਂ ਦੀ ਫੈਮਿਲੀ ਹੈ ਜਿਹੜੀ ਕਿ ਮਨੁੱਖ ਦੀ ਫੈਮਿਲੀ ਅਸੀਂ ਮੰਨਦੇ ਆ, ਇਹਦੇ ਵਿੱਚ ਕਈ ਪ੍ਰਕਾਰ ਦੇ ਕਈ ਸਪੀਸੀਜ਼ ਹਿਊਮਨ ਬੀਇੰਗਸ ਦੀਆਂ ਕਈ ਫਾਰਮਸ ਦੇਖਣ ਨੂੰ ਮਿਲਦੀਆਂ। ਡਿਸਟਿੰਕਟਿਵ ਫੀਚਰਸ ਆਪਾਂ ਪਹਿਲਾਂ ਹੀ ਪੜ੍ਹ ਲਿਆ ਕਿ ਹੋਮਿਨਿਡਸ ਦੀਆਂ ਕੀ ਨੇ, ਲਾਰਜਰ ਬ੍ਰੇਨ ਸਾਈਜ਼ ਤੇ ਇਹਨਾਂ ਦਾ ਸਿੱਧਾ ਪੋਸਚਰ, ਸਿੱਧੇ ਖੜੇ ਹੋ ਸਕਦੇ ਨੇ, ਬਾਈਪੀਡਲ ਦੋ ਪੈਰਾਂ ਵਾਲੇ ਨੇ, ਲੋਕੋਮੋਸ਼ਨ ਇਹਨਾਂ ਦਾ ਦੋ ਪੈਰਾਂ ਵਾਲਾ ਹੈ, ਸਪੈਸ਼ਲਾਈਜੇਸ਼ਨ ਆਫ ਹੈਂਡ ਤੇ ਹੱਥ ਨਾਲ ਚੀਜ਼ਾਂ ਫੜ ਸਕਦੇ ਨੇ, ਇਹਨਾਂ ਦੀ ਗ੍ਰਿਪ ਹੈਗੀ ਹੈ। ਅਰਾਊਂਡ 2.5 ਮਿਲੀਅਨ ਈਅਰਸ ਐਗੋ with the onset of phase of glaciation, ਜਿਵੇਂ ਜਿਵੇਂ ਗਲੇਸ਼ੀਅਰਾਂ ਦਾ ਜਿਹੜਾ ਫੇਜ਼ ਆਇਆ 2.5 ਮਿਲੀਅਨ ਸਾਲ, there was major changes in the climate and vegetation, ਤਾਂ ਜਿਹੜਾ ਪੌਣ ਪਾਣੀ ਵੀ ਬਦਲ ਗਿਆ, ਜਲਵਾਯੂ ਬਦਲ ਗਿਆ, ਬਨਸਪਤੀ ਵੀ ਬਦਲ ਗਈ। due to reduced temperature, ਕਿਉਂਕਿ ਗਲੇਸ਼ੀਅਰਾਂ ਤੇ ਜਿਹੜੀ ਬਰਫ਼ ਹੈਗੀ ਸੀ, ਗਲੇਸ਼ੀਅਰ ਬਣ ਗਏ ਧਰਤੀ ਦੇ ਉੱਪਰ, ਸ਼ੁਰੂਆਤ ਦੇ ਵਿੱਚ ਤਾਂ ਧਰਤੀ ਗਰਮ ਸੀ, 2.5 ਮਿਲੀਅਨ ਸਾਲ ਪਹਿਲਾਂ ਧਰਤੀ ਦੇ ਉੱਪਰ ਗਲੇਸ਼ੀਅਰਾਂ ਦਾ ਨਿਰਮਾਣ ਹੋਇਆ, ਟੈਂਪਰੇਚਰ ਧਰਤੀ ਦਾ ਘਟ ਗਿਆ, rainfall grasslands or areas expanded at the cost of forests, ਤੇ ਜੰਗਲਾਂ ਦੀ ਥਾਂ ਤੇ ਕਿਹਦਾ ਵਿਸਤਾਰ ਹੋ ਗਿਆ, ਘਾਹ ਦੀਆਂ ਚਰਾਂਦਾਂ ਦਾ, leading to gradual extinction of early forms of australopithecus, ਜਿਹਦੇ ਨਾਲ ਜਿਹੜੀ ਫਰਸਟ ਫਾਰਮ ਹੈ ਹਿਊਮਨਸ ਦੀ ਜਿਹਨੂੰ ਅਸੀਂ australopithecus ਕਹਿ ਦਿੰਦੇ ਆ ਉਹ ਅਲੋਪ ਹੋ ਗਈ, and the replacement by new species, ਤੇ ਇਹਦੀ ਤਾਂ ਨਵੀਆਂ ਜਾਤੀਆਂ ਉੱਭਰ ਕੇ ਸਾਹਮਣੇ ਆ ਗਈਆਂ that were better adapted to the drier condition, ਜਿਹੜੀਆਂ ਕਿ ਖੁਸ਼ਕ ਹਾਲਤਾਂ ਦੇ ਨਾਲ ਜ਼ਿਆਦਾ ਅਨੁਕੂਲਿਤ ਸੀਗੀਆਂ। These were early representatives of genus Homo, ਜਿਹੜਾ Homo genus ਹੈ ਜਿੱਥੋਂ ਕਿ ਮਨੁੱਖਾਂ ਦਾ ਆਪਾਂ ਸ਼ੁਰੂਆਤ ਮੰਨਦੇ ਹਾਂ, Homo sapiens ਇਸੇ genus ਦਾ ਹੀ ਨਾਮ ਹੈ, ਠੀਕ ਹੈ। ਇਹਦੇ ਜਿਹੜੇ early representative ਸੀਗੇ ਉਹ Australopithecus ਸੀ ਜਿਹਦੀ ਅਸੀਂ ਉੱਪਰੋਂ ਗੱਲ ਕੀਤੀ ਹੈ। Homo ਦਾ ਜਿਹੜਾ ਲੈਟਿਨ ਵਰਡ ਹੈ Homo, ਜਿਹਦਾ ਅਰਥ ਹੁੰਦਾ ਹੈ ਆਦਮੀ। Fossils of this genus has been classified into, ਜਿਹੜੇ ਇਹਦੇ ਪਥਰਾਟ ਨੇ ਅਸੀਂ ਉੱਪਰ ਗੱਲ ਕੀਤੀ ਹੈ ਕਿ ਜੈਨਸ ਹੋਮੋ ਮਨੁੱਖ ਦਾ ਇੱਕ ਜੀਨਸ ਹੈ, ਠੀਕ ਹੈ, ਜਿਹਦੇ ਵਿੱਚ ਕਈ ਪ੍ਰਕਾਰ ਦੇ ਮਨੁੱਖ ਪਾਏ ਜਾਂਦੇ ਨੇ। ਇਹਨਾਂ ਨੂੰ ਅਸੀਂ ਕਿਹੜੇ ਕਿਹੜੇ ਹਿੱਸਿਆਂ 'ਚ ਵੰਡ ਸਕਦੇ ਹਾਂ, ਹੋਮੋ ਹੈਬਿਲਿਸ, ਹੋਮੋ ਇਰੈਕਟਸ ਐਂਡ ਦ ਲੇਟੈਸਟ ਹੋਮੋ ਸੇਪੀਅਨਸ, ਇਹਨਾਂ ਨੂੰ ਅਸੀਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ। ਜੇ ਹੁਣ ਅਸੀਂ ਏਂਸ਼ੀਅੰਟ ਮੈਨ ਦੀ ਜਾਂ अर्ਲੀ ਮੈਨ ਦੀ ਗੱਲ ਕਰੀਏ ਤਾਂ ਉਹਦੇ ਜਿਹੜੇ ਸਾਨੂੰ ਅਵਸ਼ੇਸ਼ ਮਿਲੇ ਨੇ ਖੁਦਾਈਆਂ ਤੋਂ, ਉਹਦੇ ਅਕੋਰਡਿੰਗ ਅਸੀਂ ਪੂਰੀ ਜਿਹੜੀ ਸਾਡੀ ਹਿਸਟਰੀ ਹੈ ਉਹਨੂੰ, ਏਂਸ਼ੀਅੰਟ ਹਿਸਟਰੀ ਹੈ ਉਹਨੂੰ ਅਸੀਂ ਟੂਲਸ ਦੇ ਫਾਰਮਸ ਦੇ ਆਧਾਰ ਤੇ ਉੱਪਰ ਵੰਡਦੇ ਹੁੰਦੇ ਹਾਂ, ਠੀਕ ਹੈ ਜੀ। ਪ੍ਰੀ ਹਿਸਟੋਰਿਕ ਪੀਰੀਅਡ, ਕਿਉਂਕਿ ਇਹ ਪ੍ਰੀ ਹਿਸਟੋਰਿਕ ਪੀਰੀਅਡ ਹੈ ਤੇ ਕੋਈ ਲਿਖਤੀ ਪ੍ਰਮਾਣ ਨਹੀਂ ਮਿਲਦੇ, ਇਸ ਨੂੰ ਅਸੀਂ ਅਕੋਰਡਿੰਗ ਟੂ ਟੂਲਸ ਜਿਹੜੇ ਕਿ ਖੁਦਾਈ ਤੋਂ ਮਿਲੇ ਨੇ ਵੰਡਾਂਗੇ। Ancient history can be divided into different periods according to the tools used by Propythler, ਹਾਂਜੀ, ਤੇ ਜਿਹੜੀ ancient history ਹੈ ਉਹ according to tools ਜਿਹੜੀ ਵੰਡੀ ਜਾਂਦੀ ਹੈ। ਸਭ ਤੋਂ ਪਹਿਲੀ ਹੈਗੀ ਆ Paleolithic period, ਠੀਕ ਹੈ, ਜਿਹਨੂੰ old stone age ਕਹਿੰਦੇ ਆ, ਜਿਹੜੀ ਕਿ 5 ਲੱਖ ਸਾਲ ਤੋਂ 10,000 BCE ਈਸਾ ਪੂਰਵ ਤੱਕ ਚੱਲਦੀ ਹੈ। ਫਿਰ Mesolithic, ਜਿਹਨੂੰ ਅਸੀਂ late stone age ਜਾਂ middle stone age ਕਹਿ ਦਿੰਦੇ ਆ, ਇਹ 10,000 ਤੋਂ ਲੈ ਕੇ 6,000 BCE ਚੱਲਦੀ ਹੈ। ਤੀਸਰੀ ਹੈਗੀ ਹੈ ਨਿਓਲਿਥਿਕ ਪੀਰੀਅਡ, ਨਿਊ ਸਟੋਨ ਏਜ, ਇਹ 6,000 ਤੋਂ ਲੈ ਕੇ 1,000 ਈਸਾ ਪੂਰਵ ਤੱਕ ਚੱਲਦੀ ਹੈ। ਨੈਕਸਟ ਆਉਂਦੀ ਹੈ ਇੱਕ ਚਾਲਕੋਲਿਥਿਕ ਪੀਰੀਅਡ, ਜਿਹਦੇ ਵਿੱਚ
पत्थर दे नाल तांबे की भी वरतों हुई सी, स्टोन ते कॉपर दे मिला के साडे टूल्स बनाए गए सी। ये एज है जिहड़ी इहदे कोरसपोंडिंग हैगी है ते मीसोलिथिक तो इहदी शुरुआत मन्नी जाती है। ये 3000 तो लैके सॉरी नियोलिथिक च इहदी खोज हुई है, इहदे विच ही यह फॉल करदी है 3000 तो लैके 500 BCE ते इस तो एक्सटेंड हो जाती है, इस तो बाद तक भी चलती है। सिमिलरली जिहड़ी आयरन एज है वह भी चालकोलिथिक दे नाल ही चलती है 1500 तो लैके 200 BCE तक। वैसे तो असं 3 एजेस की ही गल करनी होंदी है, पर कई बार चालकोलिथिक पीरियड बारे पूछ लेंदे ने भी ये किहड़ा पीरियड है, जिहदे विच कॉपर ते स्टोन दे मिला के टूल्स बनाए गए सी। आयरन एज जिहड़ा कि साडा वैदिक पीरियड है उहनूं बिलोंग करदी। तां असीं शुरुआत करदे हां हुण स्टोन एज तो। इहनूं असीं तुसीं सोच रहे होंगे पढ़ना तो असीं मनुख दा विकास है ते असीं स्टोन एज क्यों पढ़दे हां? इसलिए पढ़दे हां क्योंकि असीं मनुख दे विकास नूं स्टडी करांगे ਉਹਦੇ ਦੁਆਰਾ ਵਰਤੇ ਜਾਂਦੇ ਟੂਲਸ ਨਾਲ ਜੋੜ ਕੇ ਕਿ ਕਿਵੇਂ ਉਹਦੀ ਬੁੱਧੀ ਦਾ ਵਿਕਾਸ ਹੋਇਆ, ਕਿਵੇਂ ਉਹਨੇ ਨਵੀਆਂ ਖੋਜਾਂ ਕੀਤੀਆਂ, ਠੀਕ ਹੈ, ਤੇ ਕਿਵੇਂ ਯੁੱਗਾਂ ਦੇ ਵਿੱਚ ਪਰਿਵਰਤਨ ਹੋਏ। ਤਾਂ ਸਟੋਨ ਏਜ ਦੀ ਗੱਲ ਕਰੀਏ, ਸਟੋਨ ਏਜ ਇਜ਼ ਦਾ ਪ੍ਰੀ ਹਿਸਟੋਰਿਕ ਪੀਰੀਅਡ ਦੈਟ ਇਜ਼ ਦਾ ਪੀਰੀਅਡ ਬਿਫੋਰ ਦਾ ਡਿਵੈਲਪਮੈਂਟ ਆਫ ਦਾ ਸਕ੍ਰਿਪਟ। ਕਿਉਂਕਿ ਇਹ ਲਿਪੀ ਦੇ ਵਿਕਾਸ ਤੋਂ ਪਹਿਲਾਂ ਦਾ ਸਮਾਂ, ਇਸ ਕਰਕੇ ਇਹਨੂੰ ਪ੍ਰੀ ਹਿਸਟੋਰਿਕ ਪੀਰੀਅਡ ਕਹਿ ਦਿੰਦੇ ਆ। Therefore, the main source of information for this period is archaeological excavation। ਇਸ ਦੀ ਜਿਹੜੀ इनफॉर्मेशन दा सूचना दा जानकारी दा मुख्य स्रोत की है पुरातत्व विज्ञान दियां जड़ियां खोजां जां फिर खुदाइयां, पुरातत्व खुदाइयां। रॉबर्ट ब्रूस फूटे इज द आर्कियोलॉजिस्ट, वो एक पुरातत्व विज्ञानी है हु डिस्कवर्ड फर्स्ट पैलियोलिथिक टूल इन इंडिया, जिन्हें के सब तो पहला भारत दे विच की लभ्या सी, पैलियोलिथिक टूल लभ्या सी, पुरातन पत्थर युग दा एक टूल लभ्या सी। वो की सी? पलावरम हैंड एक्स सी, हथ वाली एक पलवरम हथ वाली कहाड़ी की उन्हें खोज की सी। इस चीज का थोड़ा जा ध्यान रखियो, अंग्रेजी वर्सन ते पंजाबी वर्सन वैसे तो तकरीबन तुहानू नेड़े ही मिलणगे, पर कई बारी फॉन्ट दे जिहड़े साइज का फर्क होने के कारण ते जिहड़ी अंग्रेजी थोड़ी जी संकुचित भाषा है तो पंजाबी विस्तृत होने करके थोड़ा जा इन्हां दे विच बेमेल हो सकदा है। पढ़न लगे इस चीज का थोड़ा ध्यान करना। हाँ जी, नेक्स्ट आ गया जी, ऑन द बेसिस ऑफ जियोलॉजिकल एज the type and technology of the stone tools, the subsistence base, the Indian stone is classified into 3 periods। ये आप ऊपर भी कर लिया, पैलियोलिथिक, मीसोलिथिक ते नियोलिथिक। कहना जिमें भू विज्ञानिक युग के अकॉर्डिंग ਜਾਂ ਜਿਹੜੀ ਟੈਕਨੋਲੋਜੀ ਸੀ ਟੂਲਸ ਦੀ ਜਾਂ ਫਿਰ ਉਹਨਾਂ ਦੀ ਰੋਜੀ ਰੋਟੀ ਦਾ ਕੀ ਬੇਸ ਸੀ, ਇਹਦੇ ਅਕੋਰਡਿੰਗ ਜਿਹੜੀ ਭਾਰਤ ਦੇ ਵਿੱਚ ਸਟੋਨ ਏਜ ਹੈ ਨੂੰ 3 ਹਿੱਸਿਆਂ 'ਚ ਵੰਡਿਆ ਗਿਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੈਲੀਓਲਿਥਿਕ ਏਜ ਦੀ, ओल्ड स्टोन एज दी। पैलियोलिथिक एक ग्रीक वर्ड है, पैलियो का अर्थ होंदा ओल्ड ते लिथिक का अर्थ होंदा स्टोन, यानी कि पैलियोलिथिक का अर्थ की होया फिर पुरातन पत्थर युग। द ओल्ड स्टोन एज और पैलियोलिथिक कल्चर ऑफ इंडिया डेवलप्ड इन द प्लीस्टोसीन पीरियड ऑफ द आइस एज। प्लीस्टोसीन पीरियड ऑफ द आइस एज which is a geological period of the age when the earth was covered with ice। ये उस समय दी कहानी चल रही है जदों पूरी धरती बर्फ नाल ढकी हुई सी। वैदर वाज सो कोल्ड, जिहड़ा मौसम बहुत ज्यादा ठंडा सी, दैट ह्यूमन और प्लांट कुड नॉट सर्वाइव, जिहदे करके ज्यादा ठंड करके मनुख ते जिहड़ा पौधे ने वो सर्वाइव ही नहीं कर सकदे सी। बट इन द ट्रॉपिकल रीजन, पर गर्म इलाकों विच वेयर आइस मेल्टेड, जिथे जिथे आइस मेल्ट होगी, पानी हो गया, द अर्लीस्ट स्पीसीज ऑफ मैन कुड एग्जिस्ट। तां जिहड़ा उत्थे आदि मानव दी जातियां सी ओह विकसित होनियां ਜਾਂ जन्म जिन्ना उन्हां दा विकास होना शुरू हो गया। मेन करैक्टरिस्टिक्स ऑफ द पैलियोलिथिक एज, जे असीं पुरातन पत्थर युग दी मुख्य विशेषतावां दी गल करिए तां ओह की ने? इंडियन पीपल आर बिलीव्ड टू बिलोंग टू नेग्रिटो रेस। नेग्रिटो जिहड़ी प्रजाति सी उहदे नाल संबंधित सी। लिव्ड इन द ओपन एयर, रिवर वैलीज, केव्स एंड रॉक शेल्टर। ते जिहड़ा आद मानव सी ओह कित्थे रहिंदा सी? खुली हवा दे विच, नदियां दी घाटियां दे विच, गुफावां दे विच, केव्स हुंदियां गुफावां, रॉक शेल्टर्स हुंदे ने पत्थरां दे विच, गुफावां दे विच घर बना के रहिंदे सी, चट्टानां दे आसरे रहिंदे सी। दे वर फूड गैदरर्स। जिहड़ा इस समय दा मनुख सी, पैलियोलिथिक एज दा मनुख है, इहनूं असीं फूड गैदरर कहने आ, यानी कि भोजन इकट्ठा करदा सी, लभदा सी, पैदा नहीं करदा सी भोजन। एट वाइल्ड फ्रूट्स एंड वेजिटेबल, जंगली फल ते सब्जियां खांदा सी ते शिकार दे उपर गुजारा करदा सी। लिव्ड ऑन हंटिंग। देयर वाज नो नॉलेज ऑफ हाउसेस। इस समय दी घरां दी कोई जानकारी नहीं,
पोटरी भांडे बनाने की कोई जानकारी नहीं, तो खेतीबाड़ी की भी कोई जानकारी नहीं। इट वॉज ओनली इन लेटर स्टेजेस दे डिस्कवर्ड फायर। अंतिम स्टेज दे विच जाके, पिछली स्टेज दे विच जाके उन्होंने अग की खोज की सी। इन द अपर पैलियोलिथिक एज, जे असी पुरानी पैलियोलिथिक एज की गल करिए शुरुआती दी, देयर इज एविडेंस ऑफ आर्ट इन द फॉर्म ऑफ पेंटिंग्स। तो सानू आर्ट की भी शुरुआत मिलती है क्योंकि इस समय दी सानू काफी पेंटिंग्स प्राप्त हुई ने। ह्यूमन यूज्ड अनपॉलिश्ड रफ स्टोन्स एंड लाइक हैंड एक्सिस, चॉपर, ब्लेड, बुरिन्स एंड स्क्रैपर्स। ये कुछ हथियारों के नाम, कुछ टूल्स के नाम दिते गए ने जिन्होंने मनुख केवल पत्थरों तो तैयार करता सी, बिना पॉलिश किते ते बिना इन्हां कड़े। इन्हां दी जिहड़ी नैचुरल ढाल हुंदी सी उसे नाल ही इन्हां नूं यूज करदा सी। पैलियोलिथिक मैन आर आल्सो कॉल्ड क्वार्टजाइट। इन्हां नूं क्वार्टजाइट भी कहा जाता है बिकॉज एज द स्टोन टूल्स वर मेड ऑफ ए हार्ड रॉक, क्योंकि जिहड़े इन्हां दे टूल सी वो एक सख्त चट्टान क्वार्टजाइट दे बने हुंदे सी। The old stone age or Paleolithic age in India is divided into 3 phases। इनू भी अगे असी 3 phases दे विच वंडांगे। लोअर मतलब आरंभिक, मिडल मतलब मध्य ते अपर मतलब अंतिम। इत्थे मैं शायद अपर नू आरंभिक बोल गई सी, अपर दा मतलब की है अंतिम है, ठीक है, जिहड़ी बाद दे विच आउंदी है। लोअर पैलियोलिथिक एज यानी कि अर्ली पैलियोलिथिक एज, इट कवर्स द ग्रेटर पार्ट ऑफ आइस एज। ये बर्फ युग के वड्डे टाइम नू कवर करदी है, वड्डे हिस्से नू। हंटर्स एंड फूड गैदरर्स, टूल्स यूज्ड वर हैंड एक्सेस। जिहड़ा मनुख सी वो शिकारी सी, भोजन इकट्ठा करदा सी। जिहड़े टूल सी उन्हां दे विच कुहाड़ी, चोपर, क्लीवर्स शामिल सी। टूल्स ने जिहड़े रफ हुंदे सी, खुरदरे ते भारे हुंदे सी, क्योंकि मनुख नूं किसी प्रकार की कोई सोझी नहीं सी कि हथियारां नूं तिखे कर लवे जां हथियारां नूं कढ लवे। वन ऑफ द अर्लीएस्ट लोअर पैलियोलिथिक साइट इन बोरी इन महाराष्ट्र, जिहड़ी उस तो पहली पुरानी जिहड़ी पैलियोलिथिक साइट हैगी है वो महाराष्ट्र दे बोरी दे विच मिलदी है। जे असीं मेजर साइट्स की गल करिए तो कुछ साइट्स इहदे विच ऐड कीतियां ने, शायद एक पॉइंट छुट गया। लाइमस्टोन वाज आल्सो यूज्ड टू मेक टूल्स नूं बनाउण लई, संदां नूं बनाउण दे लई चूने दे पत्थर दी भी वरतों कीती जांदी सी। जिहड़ियां साइट्स ने उन्हां दे विच सोन वैली जिहड़ी कि पाकिस्तान दे विच है, थार डेजर्ट दे विच कुछ साइट्स ने, कश्मीर, मेवाड़ दे मैदान, सौराष्ट्र, गुजरात, सेंट्रल इंडिया यानी कि केंद्री भारत, डेक्कन प्लेट्यू दखन दा पठार, छोटा नागपुर प्लेट्यू छोटे नागपुर दा पठार, नॉर्थ ऑफ द कावेरी रिवर, कावेरी नदी दे उत्तर वाला हिस्सा, ते वेलन वैली इन यूपी, उत्तर प्रदेश दे विच वेलन वैली। ये कुछ ओ साइट्स ने जिहड़ियां कि प्रारंभिक पैलियोलिथिक एज नूं, पुरातन पत्थर युग नूं संबंध रखदियां ने। देयर आर हैबिटेशनल साइट्स इंक्लूडिंग केव्स एंड रॉक शेल्टर्स। इत्थे सानू उन्हां दे निवास स्थान मिले ने जिहड़े कि गुफावां दे विच ते चट्टानां दे आसरां दे रूप विच प्राप्त होए ने। एंड इंपॉर्टेंट प्लेस इन इज भीमबेटका इन मध्य प्रदेश। वेरी वेरी इंपॉर्टेंट पॉइंट, ठीक है। भीमबेटका ते अक्सर सवाल आ जांदा हुंदा है कि भीमबेटका कित्थे पाई जांदी है। भीमबेटका मध्य प्रदेश दे विच पाई जांदी है ते इहदा संबंध आदि मनुख दे नाल, पत्थर युग दे नाल जोड़िया गया, ठीक है। यानी कि यह वो जगह है जिथे सानू पुरातन जिहड़ी पत्थर युग दे प्रमाण मिले ने। फिर आंदी है जी मिडल पैलियोलिथिक एज। टूल्स जिहड़े यूज किए जाते सी उहदे विच फ्लेक्स, ब्लेड, पॉइंटर, स्क्रैपर, बोरर्स, यानी कि पहला नालों थोड़े जे सुधर गए। हुण टूल्स स्मॉलर भी हो गए, लाइटर भी हो गए, पतले भी हो गए। देयर वाज अ डिक्रीज इन द यूज ऑफ हैंड एक्सिस विद रिस्पेक्ट ऑफ अदर टूल्स। दूजे संदां दे मुकाबले हथ नाल जिहड़ी कहाड़ी वरतदे हुंदे सी ओहदी वरतों घट गई। इंपॉर्टेंट जिहड़ियां साइट्स ने उन्हां दे विच उपर वालियां भी विच कवर होणगियां। वेलन वैली यूपी दे विच, लूनी वैली, सोन नर्मदा रिवर, भीमबेटका, तुंगभद्रा रिवर वैली, पतवार प्लेट्यू जिहड़े कि इंडस ते जेलम नदियां, सिंध ते जेलम नदी दे विचाले मिलदे ने, ते संघाओ केव पेशावर पाकिस्तान दे नेड़े। अगे आउंदी है जी अपर पैलियोलिथिक एज यानी कि अंतिम पैलियोलिथिक एज। ये जिहड़ी है कोइंसाइड करदी है विद द लास्ट फेज ऑफ आइस एज, यानी कि यह पुरातन पत्थर युग का वह समा है जदों आइस एज का बर्फ युग का अंत होना शुरू हो गया ते धरती का क्लाइमेट गर्म होना शुरू हो गया। व्हेन द क्लाइमेट बिकेम कंपैरेटिवली वार्मर एंड लैस ह्यूमिड, जदों जिहड़ा पौन पानी सी, जलवायु सी, वो खुश्क ते गर्म होना शुरू हो गया। ते इसे समय के दौरान होमोसेपियंस जिहड़ा अज दा मनुख है
ਉਹਦੀ ਕੀ ਹੈ ਉਹ उभर के सामने आया, ਉਹਦਾ विकास होया। ठीक है, ਉਹਦੀ ਇਹ कह लो शुरुआत हुई। द पीरियड इज मार्कड बाय इनोवेशन इन टूल एंड टैक्नोलॉजी। इस दे समय इस ਜਿਹੜਾ अंतिम पत्थर युग है, अंतिम पुरातन पत्थर युग है, ਉਹਦੇ ਸਮੇਂ ਟੂਲ ਤੇ ਟੈਕਨੋਲੋਜੀ ਦੀ ਜਿਹੜੀ ਕਾਫੀ ਉਹਦੇ ਵਿੱਚ ਖੋਜ ਹੋ ਗਈ। A lot of bone tools including needles, harpoons, parallel sided blades, fishing tools and burring tools। ਬਹੁਤ ਨਵੇਂ ਤਰ੍ਹਾਂ ਦੇ ਟੂਲ ਦੀ ਖੋਜ ਜਿਹੜਾ ਆਦਿ ਮਾਨਵ ਨੇ ਕਰ ਲਈ, ਜਿਹੜੇ ਕਿ ਹੋਰ ਕੰਪੈਰੀਟਿਵਲੀ ਛੋਟੇ ਤੇ ਤਿੱਖੇ ਸੀ। ਮੇਜਰ ਸਾਈਟਸ ਜਿਹੜੀਆਂ ਅਪਰ ਪੈਲੀਓਲਿਥਿਕ ਦੀਆਂ ਨੇ, ਭੀਮਬੇਟਕਾ ਜਿਹੜਾ ਆਪਾਂ ਹੁਣੇ ਉੱਪਰ ਪੜ ਕੇ ਤੇ ਮੱਧ ਪ੍ਰਦੇਸ਼ ਦੇ ਵਿੱਚ, ਇਹਦੇ ਵਿੱਚੋਂ ਮਿਲੇ ਨੇ ਸਾਨੂੰ ਹੈਂਡ ਐਕਸਸ, ਕਲੀਵਰਸ, ਬਲੇਡ, ਸਕ੍ਰੈਪਰ, ਕੁਝ ਬਿਊਰਨਸ ਮਿਲੇ ਨੇ। ਠੀਕ ਹੈ, वेलन वैली ऊपर भी असी पढ़े, यूपी दे विच है, सोन नदी का एरिया। ठीक है, छोटा नागपुर प्लेट्यू, महाराष्ट्र, उड़ीसा, आंध्र प्रदेश के ईस्टर्न घाट्स। बोन टूल्स हैव बीन फाउंड ओनली इन द केव साइट्स ऑफ कुरनूल। ਜਿਹੜੇ ਹੱਡੀਆਂ ਦੇ ਬਣੇ ਹੋਏ ਸੰਦ ਨੇ ਉਹ ਸਿਵਲ ਸਿਰਫ ਤੇ ਸਿਰਫ ਕਰਨਾਟਕਾ ਦੀਆਂ ਕਰਨੂਲ ਕੇਵਸ ਤੋਂ ਮਿਲੇ ਨੇ, ਤੇ ਮੁਛਾਲਟਾ, ਚਿੰਤਾਮਣੀ, ਗਵੀ ਇਨ ਆਂਧਰਾ ਪ੍ਰਦੇਸ਼ ਤੇ ਯਾਨੀ ਕਿ ਕਰਨਾਟਕਾ ਤੇ ਆਂਧਰਾ ਪ੍ਰਦੇਸ਼ ਦੇ ਜਿਹੜੀਆਂ ਗੁਫਾਵਾਂ ਨੇ ਉਸ ਤੋਂ ਸਾਨੂੰ ਬੋਨ ਟੂਲਸ ਮਿਲੇ ਨੇ। ਨੈਕਸਟ ਕਮਸ ਦਾ ਮੀਜ਼ੋਲਿਥਿਕ ਪੀਰੀਅਡ, ਯਾਨੀ ਕਿ ਮੱਧ ਪੱਥਰ ਯੁੱਗ। ਫਿਰ ਉਹੀ ਗੱਲ ਆਉਂਦੀ ਹੈ ਜਿਵੇਂ ਪਹਿਲੀਓ ਨੂੰ ਪੜਿਆ ਸੀ, ਪਹਿਲੀਓ ਮੀਨਸ ਸੀ 올ਡ ਤੇ ਮੀਜ਼ੋ ਦਾ ਮਤਲਬ ਹੈਗਾ, ਮੀਜ਼ੋ ਮਤਲਬ ਹੁੰਦਾ ਮਿਡਲ ਤੇ ਲਿਥਿਕ ਮਤਲਬ ਸਟੋਨ, ਯਾਨੀ ਕਿ ਇਸ ਦਾ ਅਰਥ ਹੋਇਆ ਫਿਰ ਮੱਧ ਪੱਥਰ ਯੁੱਗ। ਦਿਸ ਇਜ਼ ਆਲਸੋ ਅ ਪਾਰਟ ਆਫ ਪ੍ਰੀ ਹਿਸਟਰੀ। ਇਹ ਤਿੰਨੋਂ ਹੀ ਪੱਥਰ ਯੁੱਗ ਪ੍ਰੀ ਹਿਸਟਰੀ ਦਾ ਪਾਰਟ ਨੇ। both mesolithic and neolithic phases belong to the holocene age। ये दोनों ही वो देखो प्लीस्टोन हीलोसीन इरा सी, ये होलोसीन इरा हैगी है। ठीक है, होलोसीन इरा का मतलब जदों गर्म होने शुरू होगी धरती। इन दिस इरा देयर वाज अ राइज इन टेंपरेचर, जिहड़ी पहली सी वो आइस युग सी। ठीक है, हुणे वाली की होलोसीनिक है, इत्थे टेंपरेचर गर्म है, क्लाइमेट बिकेम वार्म विच रिजल्टेड इन मेल्टिंग ऑफ आइस। ਜਿਹੜਾ ਵਾਯੂਮंडल गर्म हो गया, बर्फ पिघल गई एंड आल्सो ब्रॉट चेंजेस इन फ्लोरा एंड फौना। ते वनस्पति ते जीव जंतुओं दे विच चेंजेस आ गए, कारण बर्फ पिघली, पानी मिलन लग गया, पानी मिलन लग गया, खेती होने लगी, खेती होने लगी तो वक्रे वक्रे तरह के फल सब्जियां उगाउण लग गए। ठीक है, मतलब पौधों की वैरायटी हो गई, ते नाल नाल जदों असीं जानवरां नूं पालना शुरू किया तो बहुत सारे जानवर भी डोमैस्टिकेट किए गए। इहदियां हुण फीचर्स की ने? The peoples of this age lived on hunting। इस एज दे लोग भी हंटिंग दे उपर जिउंदे सी, फिशिंग ते गुड फूड गैदरिंग। इनिशियली ਉਹੀ ਕੰਮ ਕਰਦੇ ਸੀ ਜਿਹੜਾ ਕਿ ਪਹਿਲੇ ਵਾਲੇ ਪੱਥਰ ਯੁੱਗ ਦੇ ਵਿੱਚ ਹੁੰਦਾ ਸੀ, ਬਟ ਲੇਟਰ ਔਨ ਪਰ ਬਾਅਦ ਦੇ ਵਿੱਚ ਦੇ ਆਲਸੋ ਡੋਮੈਸਟੀਕੇਟਡ ਐਨੀਮਲਸ ਐਂਡ ਕਲਟੀਵੇਟਡ ਪਲਾਂਟਸ। ਉਹਨਾਂ ਨੇ ਪਸ਼ੂਆਂ ਨੂੰ ਪਾਲਣਾ ਤੇ ਖੇਤੀ ਕਰਨੀ ਸ਼ੁਰੂ ਕਰਤੀ। देयर बाय पेविंग द वे फॉर एग्रीकल्चर। ਜਦੋਂ ਉਹਨਾਂ ਨੇ ਛੋਟੇ ਪੱਧਰ ਤੇ ਪੌਦੇ ਉਗਾਉਣੇ ਸ਼ੁਰੂ ਕੀਤੇ ਤਾਂ ਇਹ ਖੇਤੀਬਾੜੀ ਦੀ ਹੀ ਸ਼ੁਰੂਆਤ ਸਮਝੋ, पर एक्चुअल दे विच खेतीबाड़ी की शुरुआत जिहड़ी होगी वो नियोलिथिक एज दे विच होगी, क्योंकि मीजोलिथिक दे विच उन्हें की करना है, केवल थोड़े थोड़े पौधे उगाने हैं। द फर्स्ट एनिमल टू बी डोमैस्टिकेटेड वाज वाइल्ड एंसेस्टर ऑफ द डॉग। पहला जिहड़ा जानवर मनुख ने पालतू बनाया सी मीजोलिथिक टाइम दे विच दैट वाज डॉग। शीप ते गॉट भी डोमैस्टिकेट कीतियां जांदियां सी। मीजोलिथिक पीपल लिव्ड इन सेमी परमानेंट सेटलमेंट्स। हुण पहला वाला तो पूरी तरह ही घुमक्कड़ सी, पैलियोलिथिक वाला। मीजो वाला किसी सैमी परमानेंट सी, कुछ समय लिए टिक गया फिर खाना बदोश, टिक गया फिर खाना बदोख। अलॉन्ग विद ऑक्यूपाइंग केव्स एंड ओपन ग्राउंड्स। नाल नाल किथे रहिंदा हुंदा सी? गुफावां दे विच ते खुली धरती दे उपर। द पीपल ऑफ दिस इरा बिलीव्ड इन लाइफ आफ्टर डेथ। इस इरा दे लोग बिलीव करदे सी कि मौत तो बाद फिर जन्म हुंदा है। हैंस दे बरीड द डेड विद फूड आइटम्स। इस करके भी मरण तो बाद भी जिंदगी हुंदी है, सॉरी, इस करके वो कुछ मटीरियल्स ਜਿਹੜੀਆਂ ਜ਼ਰੂਰੀ ਲੋੜ ਦੀਆਂ ਵਸਤੂਆਂ ਸੀਗੀਆਂ ਉਹਨਾਂ ਨੂੰ ਆਦਮੀ ਦੇ ਨਾਲ ਹੀ ਕਬਰਾਂ ਦੇ ਵਿੱਚ ਦਬਾ ਦਿੰਦੇ ਸੀ। ਫੂਡ ਆਈਟਮਸ ਤੇ ਅਦਰ ਗੁੱਡਸ। ਦੀ ਕਰੈਕਟਰਿਸਟਿਕਸ ਜਿਹੜੇ ਟੂਲਸ ਸੀ ਇਸ ਇਰਾ ਦੇ that was microliths। ਮਾਈਕਰੋਲਿਥ ਮਤਲਬ ਛੋਟੇ ਪੱਥਰ ਦੇ ਬਣੇ ਹੋਏ ਹੁੰਦੇ ਸੀ। the miniature stone tools usually made of cryptocrystalline silica। ਦੇਖੋ ਹੁਣ ਮਟੀਰੀਅਲ ਦਾ ਫਰਕ ਪੈ ਗਿਆ, ਸਿਲਿਕਾ ਦੇ ਬਣੇ ਹੋਏ ਟੂਲ ਸੀ। ठीक है, चालकीडोनी और चर्ट बोथ ऑफ ज्योमेट्रिकल एंड नॉन ज्योमेट्रिकल शेप्स। ते जे आकार की गल करिए शेप्स ज्योमेट्रिकल भी होया करदियां सी ते नॉन ज्योमेट्रिकल भी। दे वर नॉट ओनली यूज्ड एज टूल्स। उन्हां नूं सिर्फ ते सिर्फ टूल्स दे तौर ते यूज नहीं किया जांदा सी, बट वर आल्सो यूज्ड टू मेक कंपोजिट टूल्स।
बल्कि उन्हां दी वरतों कंपोजिट टूल्स बनाउण लई मतलब एक तो वध तरह के टूल बनाउण लई भी कीती जांदी सी। स्पेयर हेड्स, एरो हेड्स एंड सिकल्स आफ्टर हाफ्टिंग them on wooden or bone handles। कंपोजिट की हुंदे ने, एक तो दो चीज़ां दा मिश्रण। तां इहदे विच ओह टूल्स पत्थर दे नाल नाल कादी वरतों करदे सी, हड्डियां दी ते लकड़ी दी, यानी कि हत्थे वगैरह उन्हां दे लगांदे सी। These raw microliths enabled the Mesolithic man to hunt smaller animals and birds। हुण छोटे छोटे टूल्स दी इन्हां ने खोज क्यों कीती सी? क्योंकि इहदे नाल ओह छोटे जानवरां ते पंछियां दा शिकार कर सकदे सी। The Mesolithic man started to wear clothes made of animal skin। ਜਿਹੜਾ ਪੁਰਾਣਾ ਜਿਹੜਾ ਆਦਮੀ ਸੀ ਪੈਲੀਓਲਿਥਿਕ, ਉਹ ਨੇਕਡ ਘੁੰਮਦਾ ਸੀ, ਪਰ ਇਸ ਏਜ ਦਾ ਜਿਹੜਾ ਆਦਮੀ ਸੀ ਉਹਨੇ ਜਾਨਵਰਾਂ ਦੀ ਸਕਿਨ ਦੇ ਕੱਪੜੇ ਪਾਉਣੇ ਸ਼ੁਰੂ ਕਰ ਲਏ। The Mesolithic people were art lovers and initiated rock art। Mesolithic ਜਿਹੜੇ ਲੋਕ ਸੀ ਕਲਾ ਪ੍ਰੇਮੀ ਸੀ ਤੇ ਉਹਨਾਂ ਦੇ ਜਿਹੜੇ ਚਟਾਨਾਂ ਦੇ ਉੱਪਰ ਕਲਾਕਾਰੀ ਦੇ ਸਾਨੂੰ ਨਮੂਨੇ ਵੀ ਮਿਲੇ ਨੇ, ਇਹ ਸ਼ੁਰੂ ਕਰਤੀ ਸੀ ਉਹਨਾਂ ਨੇ। ਸਬਜੈਕਟ ਮੈਟਰ ਇਹਨਾਂ ਪੇਂਟਿੰਗਸ ਦਾ ਕੀ ਸੀ, ਬਣਾਉਣ ਦਾ ਕੀ ਸੀ? ਫਿਰ ਪੇਂਟਿੰਗਸ ਦੇ ਵਿੱਚ ਵਾਈਲਡ ਐਨੀਮਲਸ, ਹੰਟਿੰਗ ਸੀਨਸ, ਡਾਂਸਿੰਗ ਐਂਡ ਫੂਡ ਕਲੈਕਸ਼ਨ, ਇਹ ਚੀਜ਼ਾਂ ਉਹਨੇ ਆਪਣੀ ਪੇਂਟਿੰਗਸ ਦੇ ਵਿੱਚ ਸ਼ੋ ਕੀਤੀਆਂ ਨੇ। ਰੌਕ ਪੇਂਟਿੰਗਸ ਸਾਨੂੰ ਉਹਦੀਆਂ ਰਿਲੀਜੀਅਸ ਪ੍ਰੈਕਟਿਸਿਸ ਯਾਨੀ ਕਿ ਧਾਰਮਿਕ ਜਿਹੜੇ ਉਹਦੇ ਕਰਮ ਕਾਂਡ ਸੀ ਉਹਨਾਂ ਦੇ ਬਾਰੇ ਵੀ ਆਈਡੀਆ ਦਿੰਦੀਆਂ ਨੇ। and also reflect the division of labor on the basis of gender। ਤੇ ਇਹ ਲਿੰਗ ਦੇ ਆਧਾਰ ਤੇ ਉਹਨਾਂ ਦੇ ਕੰਮ ਦੀ ਜਿਹੜੀ ਵੰਡ ਹੈ ਉਸ ਨੂੰ ਵੀ ਦਰਸਾਉਂਦੀਆਂ ਨੇ। Next, the first human colonization of Ganga plains happened during this period। ਜੇ ਅਸੀਂ ਮਨੁੱਖ ਦੀ ਸਭ ਤੋਂ ਪਹਿਲੀ colonization ਦੀ ਗੱਲ ਕਰੀਏ, ਉਹਦੇ ਪਹਿਲੇ ਗਰੁੱਪ ਦੀ ਜਾਂ ਸਥਾਨਕ ਰਹਿਣ ਦੀ ਗੱਲ ਕਰੀਏ, ਕਲੋਨੀ ਦੀ ਗੱਲ ਕਰੀਏ, ਸੁਸਾਇਟੀ ਦੀ ਗੱਲ ਕਰੀਏ, ਤਾਂ ਇਹ ਇਸੇ ਪੀਰੀਅਡ ਦੇ ਦੌਰਾਨ ਮੀਜ਼ੋਲਿਥਿਕ ਦੇ ਦੌਰਾਨ ਗੰਗਾ ਪਲੇਨਸ ਦੇ ਵਿੱਚ ਪਾਈ ਜਾਂਦੀ ਹੈ। ਗੰਗਾ ਦੇ ਮੈਦਾਨਾਂ ਵਿੱਚ ਪਹਿਲੀ ਬਸਤੀ ਇਹਨਾਂ ਨੇ ਮਨੁੱਖ ਨੇ ਸਥਾਪਿਤ ਕੀਤੀ ਸੀ। ਹੁਣ ਸਾਈਟਸ ਕਿਹੜੀਆਂ ਨੇ? ਬਗੌਰ ਇਨ ਰਾਜਸਥਾਨ, ਠੀਕ ਹੈ, ਆਦਮਗढ़ ਇਨ ਮੱਧ ਪ੍ਰਦੇਸ਼ ਜਿੱਥੇ ਕਿ ਡੋਮੈਸਟੀਕੇਸ਼ਨ ਦੇ ਪ੍ਰੂਫ ਮਿਲਦੇ ਨੇ। ਮੀਜ਼ੋਲਿਥਿਕ ਰੌਕ ਆਰਟ, ਜਿਹੜੀਆਂ ਰੌਕ ਆਰਟ ਸਾਈਟਸ ਨੇ ਜਿੱਥੇ ਸਾਨੂੰ ਇਹਨਾਂ ਦੀ ਚਟਾਨਾਂ ਦੇ ਉੱਪਰ ਆਰਟ ਮਿਲਦੀ ਹੈ, 150 ਤੋਂ ਵੱਧ ਥਾਵਾਂ ਨੇ ਪੂਰੇ ਇੰਡੀਆ ਦੇ ਵਿੱਚ। ਜ਼ਿਆਦਾਤਰ ਜਿਹੜੀਆਂ ਇਹ ਥਾਵਾਂ ਨੇ that lie in central area, ਜਿਵੇਂ ਕਿ ਭੀਮਬੇਟਕਾ ਕੇਵਸ ਮੱਧ ਪ੍ਰਦੇਸ਼, ਖਾਰਾਵਾਰ, ਜਰੋਆ ਕਥੋਆ MP, ਸੁੰਦਰਗढ़ एंड संबलपुर ओडिशा, इजुथु गुहा केरला। Microliths have also been found in some valleys of river Tapi, Sabarmati, Narmada and Mahi। ਜਿਹੜੀਆਂ ਇਹ ਸੈਂਟਰਲ ਇੰਡੀਆ ਦੇ ਰਿਵਰਸ ਨੇ ਇਹਨਾਂ ਦੇ ਘਾਟੀਆਂ ਦੇ ਵਿੱਚ ਵੀ ਸਾਨੂੰ ਛੋਟੇ ਛੋਟੇ ਟੂਲਸ ਮਿਲੇ ਨੇ। ਲੰਗਨਾਜ in Gujarat and Biharanpur in West Bengal are also Mesolithic sites। Though pottery is absent at almost most Mesolithic sites, pottery ਦੇ ਕੋਈ ਸਬੂਤ ਨਹੀਂ ਮਿਲਦੇ ਸਾਨੂੰ ਜ਼ਿਆਦਾਤਰ ਸਾਈਟਸ ਤੋਂ, ਬਟ ਕੁਝ ਕੁ ਜਿਹੜੇ ਲੰਗਨਾਜ ਗੁਜਰਾਤ ਦੇ ਵਿੱਚ ਤੇ ਕਮੂਰ ਮਿਰਜ਼ਾਪੁਰ ਦੇ ਵਿੱਚ ਸਾਨੂੰ ਕਿਤੇ ਕਿਤੇ ਪੋਟਰੀ ਦੇ ਸਬੂਤ ਵੀ, ਪੋਟਰੀ ਮਤਲਬ ਭਾਂਡੇ ਬਣਾਉਣ ਦੇ ਜਿਹੜਾ ਮਿੱਟੀ ਦੇ ਬਰਤਨਾਂ ਦੇ ਵੀ ਸਬੂਤ ਮਿਲਦੇ ਨੇ। Now comes the Neolithic period, यानी कि New Stone Age। The term Neolithic period is derived from Greek word neo, which means new, lithic means stone, यानी कि ਇਹਦਾ ਕੀ ਨਾਮ ਹੈ? New Stone Age। It is also termed as Neolithic Revolution। ਇਹਨੂੰ ਅਸੀਂ ਨਵੀਨ ਪੱਥਰ ਯੁੱਗ ਦਾ ਜਿਹੜਾ revolution ਕ੍ਰਾਂਤੀ ਵੀ ਕਹਿ ਦਿੰਦੇ ਆ। ਕਿਉਂ ਕ੍ਰਾਂਤੀ ਕਹਿੰਦੇ ਆ? Since it introduced a lot of important changes in man's social and economic life। ਕਿਉਂਕਿ ਇਸ ਸਮੇਂ ਦੌਰਾਨ ਮਨੁੱਖ ਦੇ ਸਮਾਜਿਕ ਤੇ ਆਰਥਿਕ ਜੀਵਨ ਵਿੱਚ ਬਹੁਤ ਮਹੱਤਵਪੂਰਨ ਤਬਦੀਲੀਆਂ ਆਈਆਂ। The Neolithic age saw man turning into food producer from food gatherer। ਹੁਣ ਇਸ ਇਰਾ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਬੇਸ਼ੱਕ ਉਹਨੇ ਕੁਝ ਕੁ ਜਿਹੜੇ ਪਲਾਂਟਸ ਉਗਾਉਣੇ ਸ਼ੁਰੂ ਕਰ ਲਏ ਸੀ ਮੀਜ਼ੋਲਿਥਿਕ ਦੇ ਵਿੱਚ, ਪਰ ਜਿਹੜੀ ਪ੍ਰੋਪਰ ਐਗਰੀਕਲਚਰ ਹੈ that was started during Neolithic age। ਹੁਣ ਮਨੁੱਖ ਪੂਰੀ ਤਰ੍ਹਾਂ ਖੇਤੀਬਾੜੀ ਕਰਨ ਲੱਗ ਗਿਆ ਤੇ ਫੂਡ ਪ੍ਰੋਡਿਊਸਰ ਬਣ ਗਿਆ ਫੂਡ ਗੈਦਰਰ ਤੋਂ, ਠੀਕ ਹੈ। ਤੇ ਸ਼ਾਇਦ ਤੁਹਾਡੇ ਸਿਲੇਬਸ 'ਚ ਇੱਕ ਫੂਡ ਗੈਦਰਰ ਤੇ ਹੰਟਰਸ ਦਾ ਵੀ ਟੌਪਿਕ ਦਿੱਤਾ ਹੋਇਆ, ਉਹ ਵੀ ਅਸੀਂ ਇਸੇ ਦੇ ਅੰਤਰਗਤ ਲੈ ਕੇ ਚੱਲਦੇ ਹੁੰਦੇ ਆ, ਕਿਉਂਕਿ ਫੂਡ ਹੰਟਰ, ਗੈਦਰਰ ਤੇ ਫੂਡ ਪ੍ਰੋਡਿਊਸਰ ਜੇ ਇੱਥੋਂ ਤੱਕ ਦਾ ਸਫ਼ਰ ਵੀ ਅਸੀਂ ਕਰੀਏ ਤਾਂ ਉਹਦੇ ਵਿੱਚ ਵੀ ਸਾਡੇ ਤਿੰਨੋਂ ਪੱਥਰ ਯੁੱਗ ਹੀ ਕਵਰ ਹੋਣਗੇ। ਕਰੈਕਟਰਿਸਟਿਕ ਫੀਚਰਸ ਕੀ ਸੀ ਹੁਣ ਨਿਓਲਿਥਿਕ ਏਜ ਦੇ ਮਨੁੱਖ ਦੀਆਂ? ਟੂਲਸ ਤੇ ਵੈਪਨਸ ਦੀ ਗੱਲ ਕਰੀਏ ਤਾਂ ਬਹੁਤ ਹੀ ਮਹੀਨ ਹੋ ਗਏ ਸੀ। The people used microlithic blades in addition to tool made of polished stone। ਪੋਲਿਸ਼ ਕੀਤੇ ਪੱਥਰ ਦੇ ਨਾਲ ਨਾਲ ਉਹ ਜਿਹੜੇ ਮਾਈਕਰੋਲਿਥਿਕ ਬਲੇਡਸ ਦੀ ਵਰਤੋਂ ਵੀ ਕਰਦਾ ਸੀ, ਯਾਨੀ ਕਿ ਪੱਥਰ ਨੂੰ ਪੂਰੀ ਤਰ੍ਹਾਂ ਤਰਾਸ਼ ਕੇ ਬਣਾਏ ਹੋਏ ਬਲੇਡ। The use of celts was especially important for ground
एंड पॉलिश्ड हैंड एक्सिस। इस तो इलावा सैल्ट्स की वरतों भी करन लग गया सी। ठीक है, सैल्ट्स की वरतों जमीनी ते पॉलिश किए हुए हत्थों के कुहाड़ियां लिए विशेष तौर पर महत्वपूर्ण सी। दे आल्सो यूज टूल्स एंड वैपन्स मेड ऑफ बोन्स। ये चीज आप पिछले मीजोलिथिक च भी की है, क्योंकि परिवर्तन शुरू होया सी मीजो तो, पर पूरी तरह परिवर्तन आ गया सी नियो दे विच। यानी कि मीजोलिथिक फेज की है वो ट्रांजिशन का पीरियड है। ठीक है, ये उन्होंने वही बोन्स के बने हुए बरीक टूल्स, नीडल्स, स्क्रैपर, बोरर्स, एरोहेड्स यूज किए। द यूज ऑफ न्यू पॉलिश टूल्स मेड इट ईजियर फॉर ह्यूमंस टू कल्टीवेट, हंट एंड परफॉर्म अदर एक्टिविटीज इन अ बेटर मैनर। तो जो पॉलिश्ड टूल्स की वरतों ने मनुख लिए खेती करना, शिकार करना ते होर एक्टिविटीज नू करना ज्यादा सौखा करता। एग्रीकल्चर की गल करिए, द पीपल ऑफ नियोलिथिक एज कल्टीवेटेड लैंड। नियोलिथिक एज नवीन पत्थर युग के आदमी ने खेती नू कल्टीवेट करना शुरू किया एंड ग्रू फ्रूट्स एंड कॉर्न लाइक रागी एंड हॉर्स ग्राम। तो उन्होंने जेडे फ्रूट्स भी उगाने शुरू किए ते कुछ कॉर्नस जिमें कि रागी ते आपां जिन्हों कुलत्ती कहने आ, ये चीज़ां उगानियां उन्होंने शुरू की अनाज के तौर पर, दालों के तौर पर। ते उन्होंने दे आल्सो डोमेस्टिकेटेड कैटल, शीप एंड गॉड्स, ते उन्होंने पशु पालन भी शुरू किया। पोल्ट्री तो नैचुरली जे खेती की खोज होगी, चीज़ां प्रोड्यूस होणगियां, लोड़ तो वध पैदा होणगियां, तो पोल्ट्री की जरूरत तो उदों ही पैनी है ना बर्तनों की। मिट्टी के भांडे, with the advent of agriculture, people were required to store their food grains as well as to cook, eat and eat the product। हुण दो लोड़ां मनुख दे सामने आ गई खेतीबाड़ी दे नाल नाल। एक तां जिहड़े पैदा किए हुए फूड ग्रेन्स सी उन्हां नूं स्टोर करना ते दूजा उन्हां नूं पका के खाना। That's why it is said that pottery appeared in the phase on a large scale। इसलिए कहा जाता है कि इस फेज के दौरान बर्तन बनाने की जिहड़ी कला सी ਵੱਡੇ ਪੱਧਰ ਤੇ ਵਿਕਸਿਤ ਹੋਈ, ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆਈ, ਸ਼ੁਰੂ ਹੋਈ। The pottery of this period was classified under। ਤਾਂ ਇਸ ਯੁੱਗ ਚ ਕਈ ਤਰ੍ਹਾਂ ਦੀ ਪੋਟਰੀ, ਜਿਹੜੇ ਮਿੱਟੀ ਦੇ ਬਰਤਨ ਸੀ ਉਹ ਕਈ ਕਿਸਮਾਂ ਦੇ ਬਣਾਏ ਜਾਣ ਲੱਗੇ। ਗ੍ਰੇ ਵੇਅਰ, ਬਲੈਕ ਵੇਅਰ, ਬਰਨਿਸ਼ਡ ਵੇਅਰ ਐਂਡ ਮੈਟ ਇੰਪ੍ਰੈਸਡ ਵੇਅਰ। ਇਨੀਸ਼ੀਅਲ ਸਟੇਜ ਆਫ ਨਿਓਲਿਥਿਕ ਏਜ हैंडमेड पॉटरी वाज मेड। पहला हाथ दी बनाई जाती सी, बट लेटर ऑन फुट व्हील्स, फिर पैरों नाल चलण वाले चक्के भी ओदे ते भी भांडे बनाने लग गए। हाउसिंग एंड सैटल्ड लाइफ, नेचुरली खेती हो गई शुरू। ठीक है, पशु पालन हो गया शुरू, भांडे बनाने हो गए शुरू। तो हुण मनुख लई की शुरू करना जरूरी है? एक थां ते टिकना, खाना बदोश जीवन नूं छड्डना। The people of Neolithic age lived in rectangular or circular houses made of mud and reeds। सरकंडे ते गारे दे बने हुए घरां दे विच जिहड़े कि रेक्टेंगुलर ते सर्कुलर हुंदे सी, मनुख ने रहना शुरू किया। Neolithic men also knew how to make boats and could spin cotton, wool and weave cloth। हुण होर कुछ की सिक्ख्या उहने, अपनी जिहड़ियां किश्तियां बनाउणियां सिख लियां, नदियां दे विच इधर उधर जाना शुरू करता। ठीक है, इस तो इलावा उन्हें सूत कत्तण दी, कपड़े बनाउण दी कला भी सिख ली। The people of the Neolithic age led a more settled life। हुण ओहदी जिंदगी ज्यादा स्थिर होगी, एक थां ते स्थाई होगी, जिहदे नाल जिहड़ा सभ्यतावां दी शुरुआत हुई। ठीक है, जदों असीं हड़प्पा सभ्यता पढ़ांगे तां सानूं पता लगूगा कि जिहड़ियां सभ्यतावां सी ओह नियोलिथिक फेज तो बाद ही विकसित होणियां शुरू हो गईयां। क्यों शुरू हो गईयां? क्योंकि हुण मनुख ने खेती करनी है, पशुओं नूं पालना है, अपने रोजाना क्रियावां करनियां, तां उहनूं पानी दी लोड़ है। तां इस लई जिहड़ियां सब तो पहलियां सिविलाइजेशन सी पूरे विश्व दे विच चार सी, उन्हां चारां दी शुरुआत नदियां दे कंढियां ते होई सी। The Neolithic people didn't live far away from hilly areas। ਇਹ ਪਹਾੜੀਆਂ ਤੋਂ, ਪਹਾੜੀ ਖੇਤਰਾਂ ਤੋਂ ਬਹੁਤੇ ਦੂਰ ਨਹੀਂ ਰਹਿੰਦੇ ਸੀ। They inhabited mainly the hilly river valleys। ਇਸ ਲਈ ਪਹਾੜਾਂ ਦੇ ਨੇੜੇ ਜਿਹੜੀਆਂ ਦਰਿਆਵਾਂ ਦੀਆਂ ਘਾਟੀਆਂ ਸੀ, ਰੌਕ ਸ਼ੈਲਟਰਸ ਸੀਗੇ, ਚਟਾਨਾਂ ਦੇ ਆਸਰੇ, and the slopes of hills, ਤੇ ਪਹਾੜਾਂ ਦੀਆਂ ਢਲਾਨਾਂ। Since they were entirely dependent on weapons and tools made of stone। ਹੁਣ ਇਹਦਾ ਕੀ ਕਾਰਨ ਸੀ? ਹਿੱਲੀ ਏਰੀਆ ਦੇ ਨੇੜੇ ਰਹਿਣ ਦਾ ਕਾਰਨ ਕੀ ਸੀ? क्योंकि हले भी इन्होंने पत्थर दे ही हथियार वरतने सी, बिकॉज वी आर इन न्यू स्टोन एज। तो उस स्टोन नूं बनाउण लई जिहड़ा पत्थर चाहिदा सी, ओ रॉक्स चाहिदियां सी, ओ सानूं कितों मिलनियां सी? हिली एरियाज तो मिलनियां सी। तो इंपॉर्टेंट नियोलिथिक साइट्स किहड़ियां ने? कोडी हवा, मगहारा, साउथ ऑफ इलाहाबाद, मेहरगढ़ पहला भी कराया, बलोचिस्तान पाकिस्तान दे विच, जितों सब तो पहला सानूं डोमेस्टिकेशन दे सबूत मिले ने। बुरा जोंग कश्मीर, गुफकराल चिरांद बिहार दे विच। ठीक है जी, पिकली हाल, ब्रह्मगिरी, मास्की,
ठीक है। अगे है जी तकलकोटा, हलोर कर्नाटका, बेलन वैली जिहड़ी कि यूपी दे विच आपां ने पढ़ी सी। ठीक है जी। इस तो अगे आउंदी है साडी चालकोलिथिक एज, जिन्हों असीं स्टोन ते कॉपर दी मिक्स एज कह दिंदे आ। इट मार्क्ड द इमरजेंस ऑफ यूज ऑफ मेटल अलॉन्ग विद स्टोन टूल्स। ਇਹ ਜਿਹੜੀ ਏਜ ਆਪਾਂ ਪੜ੍ਹੀ ਸੀ ਨਿਓਲਿਥਿਕ ਦੇ ਦੌਰਾਨ ਹੀ ਸ਼ੁਰੂ ਹੋ ਗਈ ਸੀ। ਇਹਦੇ ਦੌਰਾਨ ਹੀ ਮਨੁੱਖ ਨੇ ਸਟੋਨ ਦੇ ਨਾਲ ਕਾਪਰ ਦੀ ਵੀ ਵਰਤੋਂ ਸ਼ੁਰੂ ਕਰਤੀ ਸੀ। ਫਰਸਟ ਮੈਟਲ ਟੂ ਬੀ ਯੂਜ਼ਡ ਵਾਸ ਕਾਪਰ। ਸਿੱਧਾ ਸਿੱਧਾ ਪ੍ਰਸ਼ਨ, ਸਭ ਤੋਂ ਪਹਿਲੀ ਜਿਹੜੀ ਧਾਤ ਵਰਤੀ ਗਈ ਸੀ that was copper. The Chalcolithic age largely applied to the pre-Harappan phase. देखो हड़प्पा सभ्यता ਆਪਾਂ ਉੱਪਰ ਪੜਿਆ ਸੀ ਨਾ, ਹੜप्पा ਸਭ्यता ਦਾ ਵਿਕਾਸ ਜਾਂ ਸਭ्यताਵਾਂ ਦਾ ਵਿਕਾਸ ਕਦੋਂ ਹੋਇਆ? ਨਿਓਲਿਥਿਕ ਤੋਂ ਤੁਰੰਤ ਬਾਅਦ। ठीक है, सभ्यता का विकास होगा तो नैचुरल लिपि का विकास होगा, तो वो जो पोर्शन है वो प्री हिस्टरी तो कट जाऊगा। इतों तक तो असं प्री हिस्टरी पढ़ रहे सी नियोलिथिक एज तक। ठीक है, तो जी चालकोलिथिक एज है ये भी की है प्री हड़प्पन फेज है। हड़प्पा सभ्यता तो पहला दी एज है, बट इन मैनी पार्ट्स ऑफ द कंट्री, पर साडे देश के कुछ हिस्सों के विच इट अपीयर्स इवन आफ्टर एंड ऑफ ब्रॉन्ज हड़प्पन कल्चर। ਇਹਦਾ ਜਿਹੜਾ ਸਾਨੂੰ सबूत मिलते हैं ये हड़प्पा सभ्यता जिन्हों कि असीं ब्रॉन्ज एज कहने आ, कांसा युग कहने आ, उस तो बाद भी इसके होने के सबूत सानू मिलते हैं। ठीक है, अगे आउंदा जी क्योंकि यह 500 BC तक चलू, 500 BC तक तो साडा हड़प्पा सभ्यता भी निकल जू ते वैदिक एज भी निकल जू, तो नैचुरली चालकोलिथिक एज कवर करूगी साडी हड़प्पा सभ्यता नूं भी कवर करूगी ते वैदिक पीरियड नूं भी कवर करूगी। हुण इहदे करैक्टरिस्टिक्स की सी? तब आर्य पीरियड वाले भी याद रखियो, वैदिक काल वाले। एग्रीकल्चर एंड कैटल रेयरिंग। ठीक है, द पीपल लिविंग इन द स्टोन कॉपर एज डोमेस्टिकेटेड एनिमल्स एंड कल्टीवेटेड फूड ग्रेन्स। हुण जिहड़े लोग सीगे इस एज दे चालकोलिथिक एज दे वो की करदे सी? जानवरां नूं पालदे सी ते अनाज उगाउंदे सी। वो दे डोमेस्टिकेटेड काउज, शीप्स, गॉड्स, पिग एंड बफेलोस एंड हंटेड डियर। वो ए जानवर गां, भेड़, बकरी, सूर ते मझ इन्हां नूं पालदे सी ते हिरन दा शिकार करदे सी। इट इज नॉट क्लीयर वेदर दे वर एक्वांटेड विद हॉर्स और नॉट। पता नहीं चल सकिया कि उन्हां नूं हॉर्स बारे, घोड़े बारे पता सी कि नहीं। पीपल एट बीफ, गां ते मझ दा मांस खांदे सी, बट डिडंट टेक पोर्क ऑन एनी कंसीडरेबल स्केल, पर सूर दे मांस दा सेवन नहीं करदे सी। द पीपल ऑफ द चालकोलिथिक फेज प्रोड्यूस्ड wheat and rice. They also cultivated बाजरा। केड़े-केड़े अनाज उगाउंदे सी जी? कणक, चावल ते बाजरा। They also produce several pulses। कई दालां भी उगाउंदे सी जिवें कि मसूर, ब्लैक ग्राम, काले छोले, हरे छोले ते ग्रास भी। Cotton was produced in the black cotton soil of the Deccan। जिहड़ी कपाह दी भी खेती कीती जांदी सी डेक्कन रीजन दे विच। रागी बाजरा and several millets were cultivated in the lower Deccan। ते दक्कन दे हेठले हिस्से दे विच कई मिलेट्स भी प्रोड्यूस कीते जांदे सी। द पीपल बिलोंगिंग टू स्टोन कॉपर फेज इन ईस्टर्न रीजन लिवड मेनली ऑन जेडे फिश एंड राइस। जेडे पूर्वी खेतर दे लोग सी वो मच्छी दे उपर ते चावल दे उपर निर्भर सी, क्योंकि मच्छी है वो भी दरिया दे विच मिलूगी सानू समंदर दे विच, ते राइस की खेती लई पानी चाहिदा हुंदा वो भी ज्यादा दरियावां वाले रीजन च मिलेगा। Which is still a popular diet in part of a country। Next on the जी pottery, भांडे बनाउण दी कला। The people of the stone copper phase use different types of pottery। ठीक है, आप हुणे ऊपर पढ़ के नियोलिथिक एज दे विच शुरू होया सी, तो वो सारा कुछ इस एज च भी आऊगा क्योंकि ये दोनों समकालीन ने। Black and red pottery seem to have widely prevalent in that era। काले ते लाल रंग दे जिहड़े भांडे सी इस समय दे ज्यादा देखण नूं मिलदे ने। The ochre colored pottery was also prevalent। जिहड़ी ऐ लगदा है कि उचरे रंग दे बर्तन भी प्रसिद्ध सीगे। द पोटर्स व्हील वाज यूज्ड एंड पेंटिंग। हुण पोटर दा जिहड़े चक्के नाल भांडे बनाउंदे सी, पेंटिंग विद वाइट लीनियर डिजाइन्स वाज आल्सो डन। भांडे बना के उन्हां दे उपर कलाकारी भी, पेंटिंग भी कीती जांदी सी इस युग दे दौरान। रूरल सेटलमेंट्स दी जे गल करिए, द पीपल लिविंग इन द स्टोन एज वर कैरेक्टराइज्ड बाय रूरल सेटलमेंट्स एंड वर नॉट एक्वांटेड विद बर्न्ट ब्रिक्स। कहंदा इस जेडे एज दे लोग सी ओ पिंडां दे विच ग्रामीण उन्हां दियां जेहड़ियां सेटलमेंट्स सीगियां, क्योंकि उन्हां नूं इट्टां दा ज्ञान नहीं सी। दे लिव्ड इन द दैट शेड हाउसेस। कच्चे घरां दे विच रहिंदे सी, मेड ऑफ मड एंड ब्रिक्स। कच्चियां इट्टां दे घर बने हुंदे सी, गारे ते कच्चियां इट्टां दे। This is also marked the beginning of social inequalities।
ਤੇ ਇਸ ਯੁੱਗ ਦੇ ਵਿੱਚ ਸਮਾਜਿਕ ਜਿਹੜੀਆਂ ਅਸਮਾਨਤਾਵਾਂ as chiefs lived in rectangular houses while commoner lived in round huts ਉਹ ਵੀ ਸ਼ੁਰੂ ਹੋ ਗਈਆਂ ਸੀ ਕਿਉਂਕਿ ਜਿਹੜੇ ਮੁਖੀਏ ਸੀ ਉਹ ਚੌਰਸ ਘਰਾਂ ਦੇ ਵਿੱਚ ਰਹਿੰਦੇ ਸੀ, ਆਇਤਾਕਾਰ ਘਰਾਂ ਦੇ ਵਿੱਚ ਰਹਿੰਦੇ ਸੀ ਤੇ ਜਿਹੜੇ ਗਰੀਬ ਆਮ ਵਿਅਕਤੀ ਹੁੰਦੇ ਸੀ ਉਹ ਗੋਲ ਝੌਂਪੜੀਆਂ ਦੇ ਵਿੱਚ ਰਹਿੰਦੇ ਸੀ। Their villages consisted of more than 35 houses of different sizes, circular or rectangular in shape। ਇੱਕ ਪਿੰਡ ਦੇ ਵਿੱਚ ਲਗਭਗ 35 ਘਰ ਹੁੰਦੇ ਸੀ ਜਿਹਦੇ ਵਿੱਚੋਂ ਕੁਝ ਕੁ ਰੈਕਟੈਂਗੂਲਰ ਤੇ ਕੁਝ ਕੁ ਗੋਲ ਹੁੰਦੇ ਸੀ। ਚਾਲਕੋਲਿਥਿਕ ਇਕਨੋਮੀ ਇਜ਼ ਕੰਸੀਡਰਡ ਐਜ਼ ਵਿਲੇਜ ਇਕਨੋਮੀ। ਤਾਂ ਚਾਲਕੋਲਿਥਿਕ ਏਜ ਦੇ ਦੌਰਾਨ ਪਿੰਡਾਂ ਵਾਲੀ ਜਿਹੜੀ ਆਰਥਿਕਤਾ ਦੇਖਣ ਨੂੰ ਮਿਲਦੀ ਹੈ। ਆਰਟ ਐਂਡ ਕਰਾਫਟ ਦੀ ਜੇ ਗੱਲ ਕਰੀਏ ਤਾਂ ਚਾਲਕੋਲਿਥਿਕ ਪੀਪਲ ਵਰ ਐਕਸਪਰਟ ਕਾਪਰ ਸਮਿਥਸ। ਇਹ ਤਾਂਬੇ ਦੇ ਬਹੁਤ ਅੱਛੇ ਜਿਹੜਾ ਕੰਮ ਕਰਦੇ ਸੀ, ਜਿਵੇਂ 골ਡ ਸਮਿਥ ਹੁੰਦੇ ਨੇ ਸੁਨਾਰੇ, ਉਵੇਂ ਇਹ ਕੀ ਹੁੰਦੇ ਨੇ ਤਾਂਬੇ ਦੇ ਕਾਰੀਗਰ ਹੁੰਦੇ ਨੇ। ਦੇ ਨਿਊ ਦਾ ਆਰਟ ਆਫ ਕਾਪਰ ਸਮੈਲਟਿੰਗ ਐਂਡ ਵਰ ਗੁੱਡ ਸਟੋਨ ਵਰਕਰਸ ਐਜ਼ ਵੈਲ। ਕਾਪਰ ਨੂੰ ਪਿਘਲਾਣਾ, ਕਾਪਰ ਦੀ ਵਰਤੋਂ ਕਰਨਾ ਤੇ ਉਹਦੇ ਉੱਪਰ ਜਿਹੜੀ ਪੱਥਰ ਦੀ ਕਲਾਕਾਰੀ ਕਰਨੀ, ਛੋਟੇ ਛੋਟੇ ਪੱਥਰ ਲਗਾਣੇ, ਇਹ ਵੀ ਉਹਨਾਂ ਨੂੰ ਬਹੁਤ ਅੱਛੀ ਤਰ੍ਹਾਂ ਆਉਂਦਾ ਸੀ। ਦੇ ਨਿਊ ਸਪਿਨਿੰਗ ਐਂਡ ਵੀਵਿੰਗ, ਉਹਨਾਂ ਨੂੰ ਕੱਤਣਾ ਬੁਣਨਾ ਵੀ ਆਉਂਦਾ ਸੀ। ਐਂਡ ਵਰ ਅਕੁਆਇੰਟਡ ਵਿਦ ਦਾ ਆਰਟ ਆਫ ਮੈਨੂਫੈਕਚਰਿੰਗ ਕਲੋਥ, ਕੱਪੜੇ ਬਣਾਉਣ ਦੀ ਕਲਾ ਦਾ ਵੀ ਉਹਨਾਂ ਨੂੰ ਗਿਆਨ ਸੀ। ਹਾਊਐਵਰ ਦੇ ਡਿਡ ਨਾਟ ਨੋ ਦਾ ਆਰਟ ਆਫ ਰਾਈਟਿੰਗ, ਹਜੇ ਵੀ ਉਹਨਾਂ ਨੂੰ ਲਿਖਣਾ ਨਹੀਂ ਆਉਂਦਾ ਸੀ। ਲਿਖਣਾ ਨਹੀਂ ਆਉਂਦਾ ਸੀ ਇਸੇ ਕਰਕੇ ਇਹ ਪ੍ਰੀ ਹਰਪਨ ਏਜ ਹੈ। ਤੁਸੀਂ ਦੇਖਿਆ ਹੋਊਗਾ ਨਿਓਲਿਥਿਕ ਏਜ ਤੇ ਚਾਲਕੋਲਿਥਿਕ ਏਜ ਦੀਆਂ ਫੀਚਰਸ ਬਹੁਤ ਮੈਚ ਕਰਦੀਆਂ ਨੇ ਕਿਉਂਕਿ ਇਹ ਕਾਫੀ ਸਮਾਂ ਸਮਕਾਲੀ ਰਹਿਣਗੀਆਂ। ਵਰਸ਼ਿਪ ਦੀ ਜੇ ਗੱਲ ਕਰੀਏ, ਸਮਾਲ ਕਲੇ ਇਮੇਜ ਆਫ ਅਰਥ ਗੋਡੈਸ ਹੈਵ ਬੀਨ ਫਾਊਂਡ ਫਰਮ ਦਾ ਚਾਲਕੋਲਿਥਿਕ ਸਾਈਟਸ। ਇਹਨਾਂ ਸਾਈਟਸ ਦੇ ਉੱਪਰ ਛੋਟੇ ਛੋਟੇ ਮਿੱਟੀ ਤੇ ਬਣੇ ਹੋਏ ਮੂਰਤੀਆਂ ਦੇਵੀ ਦੇਵਤਿਆਂ ਦੀਆਂ ਮਿਲੀਆਂ ਨੇ। ਇਟ ਇਜ਼ ਦਸ ਪੋਸੀਬਲ ਟੂ ਸੇ ਦੈਟ ਦਾ ਵੈਨਰੇਟਡ ਦਾ ਮਦਰ ਗੋਡੈਸ, ਕਿ ਉਹ ਮਾਂ ਦੇਵੀ ਦੀ ਪੂਜਾ ਕਰਦੇ ਸੀ। ਇਨ ਮਾਲਵਾ ਐਂਡ ਰਾਜਸਥਾਨ stylized but terracottas show that the bull served as a religious cult। ਮਾਲਵਾ ਤੇ ਰਾਜਸਥਾਨ ਦੇ ਵਿੱਚੋਂ ਟੈਰਾਕੋਟਾ ਦੀਆਂ ਜਿਹੜੀਆਂ ਬੁੱਲ ਦੀਆਂ ਮੂਰਤੀਆਂ ਮਿਲੀਆਂ ਨੇ, ਛੋਟੇ ਛੋਟੇ ਸਕਲਪਚਰਸ ਮਿਲੇ ਨੇ, ਉਸ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਇੱਕ ਧਾਰਮਿਕ ਮਹੱਤਵ ਸੀਗਾ। ਇਨਫੈਂਟ ਮੋਰੈਲਿਟੀ, ਬਾਲ ਮੌਤ ਦਰ ਵਾਸ ਹਾਈ ਅਮੰਗ ਚਾਲਕੋਲਿਥਿਕ ਪੀਪਲ। ਇਸ ਸਮੇਂ ਦੇ ਦੌਰਾਨ ਬਾਲ ਮੌਤ ਦਰ ਬਹੁਤ ਉੱਚੀ ਸੀ। as is evident from the burial of large number of children in western Maharashtra, ਕਿਉਂਕਿ ਪੱਛਮੀ ਮਹਾਰਾਸ਼ਟਰ ਦੇ ਵਿੱਚ ਬੱਚਿਆਂ ਦੀਆਂ ਕਬਰਾਂ ਬਹੁਤ ਮਿਲੀਆਂ ਨੇ। in spite of being a good food producing economy, the rate of infant mortality was very high। ਭਾਵੇਂ ਕਿ ਭੋਜਨ ਵਧੀਆ ਪ੍ਰੋਡਿਊਸ ਕੀਤਾ ਜਾਂਦਾ ਸੀ, ਅਰਥ ਵਿਵਸਥਾ ਚੰਗੀ ਸੀ, ਫਿਰ ਵੀ ਬੱਚਿਆਂ ਦੀ ਮੌਤ ਦਰ ਕਾਫੀ ਜ਼ਿਆਦਾ ਸੀ। ਜੁਐਲਰੀ ਦੀ ਜੇ ਗੱਲ ਕਰੀਏ ਤਾਂ ਚਾਲਕੋਲਿਥਿਕ ਪੀਪਲ ਵਰ ਫੌਂਡ ਆਫ ਆਰਨਾਮੈਂਟਸ। ਉਹ ਕਿਹਦੇ ਪ੍ਰੇਮੀ ਸੀਗੇ? ਗਹਿਣਿਆਂ ਦੇ ਪ੍ਰੇਮੀ ਸੀ। ਡੈਕੋਰੇਸ਼ਨ, ਸਜਾਵਟ ਪ੍ਰੇਮੀ ਸੀ। ਦ ਵੂਮਨ ਵੋਰ ਆਰਨਾਮੈਂਟਸ, ਔਰਤਾਂ ਗਹਿਣੇ ਪਾਉਂਦੀਆਂ ਸੀ। ਆਫ ਸ਼ੈਲ ਐਂਡ ਬੋਨ, ਜਿਹੜੇ ਕਿ ਸ਼ੈਲਾਂ ਦੇ ਤੇ ਹੱਡੀਆਂ ਦੇ ਬਣੇ ਹੁੰਦੇ ਸੀ। ਐਂਡ ਕੈਰੀਡ ਫਾਈਨਲੀ ਵਰਕਸ ਕੌਮਸ ਇਨ देयर हेयर, ਤੇ ਉਹ ਆਪਣੇ ਵਾਲਾਂ ਦੇ ਵਿੱਚ ਵਧੀਆ ਕਾਰੀਗਰੀ ਵਾਲੇ ਕੰਗੇ ਲਗਾਉਂਦੀਆਂ ਸੀ, ਕੰਗੀਆਂ ਅੱਗੇ ਲਗਾਉਂਦੇ ਹੁੰਦੇ ਸੀ। ਦੇ ਮੈਨੂਫੈਕਚਰ ਬੀਡ ਆਫ ਸੈਮੀ ਪ੍ਰੀਸ਼ੀਅਸ ਸਟੋਨ, ਉਹ ਜਿਹੜੇ ਘੱਟ ਕੀਮਤੀ ਪੱਥਰ ਹੁੰਦੇ ਨੇ ਉਹਨਾਂ ਦਾ ਇਸਤੇਮਾਲ ਕਰਦੀਆਂ ਸੀ, ਜਿਵੇਂ ਕਿ ਕੈਰਨੀਲੀਅਨ, ਸਟੀਲਾਈਟ, ਸਟੀਟਾਈਲ ਐਂਡ ਕੁਆਰਟਜ਼ ਕ੍ਰਿਸਟ। ਅੱਗੇ ਇਹਨਾਂ ਦੇ ਸਾਈਟਸ ਦੀ ਗੱਲ ਕੀਤੀ ਗਈ ਹੈ, ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ। ਆਹਰ ਸਾਊਥ ਈਸਟਰਨ ਰਾਜਸਥਾਨ ਦੇ ਵਿੱਚ ਹੈ। ਗਿਲੁੰਡ ਬਨਾਰਸ ਵੈਲੀ ਰਾਜਸਥਾਨ ਦੇ ਵਿੱਚ ਹੈ। ਦਾਇਮਾਬਾਦ ਮਹਾਰਾਸ਼ਟਰ ਦੇ ਵਿੱਚ ਹੈ। ਮਾਲਵਾ ਮੱਧ ਪ੍ਰਦੇਸ਼ ਦੇ ਵਿੱਚ ਹੈ। ਕੈਥਾ ਮੱਧ ਪ੍ਰਦੇਸ਼ ਦੇ ਵਿੱਚ ਹੈ। ਚਿਰਾਂਦ, ਸਨੌਰ, ਸੋਨਪੁਰ, ਮਹਿਸ਼ਾਦਲ, ਸੋਨਗਾंव, ਇਨਾਮਗਾंव ਜਿਹੜਾ ਸਭ ਤੋਂ ਪਹਿਲਾ ਪਿੰਡ ਹੈ, ਇਹਦੇ ਬਾਰੇ ਚੀਜ਼ ਯਾਦ ਰੱਖਣੀ ਹੈ। ਸਭ ਤੋਂ ਪਹਿਲਾ ਜਿਹੜਾ ਪਿੰਡ ਮਿਲਿਆ ਸਾਨੂੰ अर्ली सिविलाइजेशन ਦਾ, that is इनामगांव। ਇਹ ਕਿੱਥੇ ਹੈ? ਮਹਾਰਾਸ਼ਟਰ ਦੇ ਵਿੱਚ ਹੈ। ਨਵਦਤੋਲੀ, ਇਹ ਵੀ ਨਰਮਦਾ ਦੇ ਵਿੱਚ ਹੈ, ਨਰਮਦਾ ਨਦੀ ਦੇ ਨੇੜੇ ਦਾ ਏਰੀਆ ਹੈਗਾ। ਨੈਕਸਟ ਕਮਸ ਦਾ ਜੀ ਪ੍ਰੀ ਹਿਸਟੋਰਿਕ ਪੀਰੀਅਡ, ਜਿਹੜਾ ਕਿ ਅਸੀਂ ਉੱਪਰ ਹੀ ਪੜਿਆ, ਆਇਰਨ ਏਜ। ਠੀਕ ਹੈ, ਆਇਰਨ ਏਜ ਜਿਹੜੀ ਹੈਗੀ ਹੈ ਇਸ ਨੂੰ ਅਸੀਂ ਪੂਰੇ ਵੈਦਿਕ ਕਾਲ ਦੇ ਵਿੱਚ ਪੜਾਂਗੇ, ਬਿਕੋਜ਼ ਵੈਦਿਕ ਪੀਰੀਅਡ ਇਜ਼ ਨੋਨ ਐਜ਼ ਆਇਰਨ ਏਜ। ਲੋਹੇ ਦਾ ਇਸਤੇਮਾਲ, ਲੋਹੇ ਦੀ ਖੋਜ ਆਰੀਅਨਸ ਨੇ ਕੀਤੀ ਸੀ, ਤਾਂ ਇਸ ਨੂੰ ਅਸੀਂ ਵੈਦਿਕ ਕਾਲ ਕਹਾਂਗੇ ਤੇ ਵੈਦਿਕ ਕਾਲ ਨੂੰ ਅਸੀਂ ਇੱਕ ਅਲੱਗ ਵੀਡੀਓ ਦੇ ਵਿੱਚ ਕਵਰ ਕਰਾਂਗੇ। ਵੈਦਿਕ ਕਾਲ ਦਾ ਆਰੰਭ ਕਿਵੇਂ ਹੋਇਆ ਸੀ? ਆਰੀਅਨਸ ਦੇ ਆਉਣ ਨਾਲ। ਆਰੀਅਸ ਕਿੱਥੋਂ ਆਏ ਸੀ? ਆਰੀਅਸ ਮੰਨਿਆ ਜਾਂਦਾ ਹੈ ਕਿ ਇਹ ਮੱਧ ਏਸ਼ੀਆ ਤੋਂ ਆਏ ਸੀ। ਠੀਕ ਹੈ, ਕੁਝ ਮੰਨਦੇ ਨੇ ਕਿ ਇਹ ਰੂਸ ਤੋਂ ਆਏ ਸੀ। ਜੈਨਿਜ਼ਮ ਤੇ ਬੁੱਧਿਜ਼ਮ ਬਾਰੇ ਅਸੀਂ ਪੜਾਂਗੇ, ਕਿਉਂਕਿ ਪ੍ਰੀ ਹਿਸਟੋਰਿਕ ਦੇ ਵਿੱਚ ਕੀ ਆਉਣਾ ਹੈ? ਆਇਰਨ ਏਜ ਵੀ ਆਉਣੀ ਹੈ। ਉਸ ਤੋਂ ਬਾਅਦ
ਜੈਨਿਜ਼ਮ ਤੇ ਬੁੱਧਿਜ਼ਮ ਵੀ ਆਉਣਾ ਹੈ। ਇਹਦਾ ਆਪਾਂ ਟਾਈਮ ਪੀਰੀਅਡ ਪੜਿਆ ਸੀ ਅਪ ਟੂ 200 BC ਤੇ 200 BC ਤੋਂ ਪਹਿਲਾਂ ਪਹਿਲਾਂ ਜੈਨਿਜ਼ਮ ਤੇ ਬੁੱਧਿਜ਼ਮ ਵੀ ਆ ਜਾਊਗਾ, ਮਹਾਜਨਪਦ ਵੀ ਆ ਜਾਣਗੇ। ਠੀਕ ਹੈ, ਮਹਾਜਨਪਦ ਉਹ ਸਮਾਂ ਹੈ ਜਦੋਂ ਸਭ ਤੋਂ ਪਹਿਲੇ ਜਿਹੜੇ ਸਾਡੇ ਸਟੇਟਸ ਸੀ ਉਹ ਬਣਨੇ ਸ਼ੁਰੂ ਹੋਏ ਸੀ, ਪਹਿਲੇ ਸਮਰਾਜ ਦੀ ਸਥਾਪਨਾ ਹੋਣੀ ਸ਼ੁਰੂ ਹੋਈ ਸੀ ਪੂਰੇ ਭਾਰਤ ਦੇ ਵਿੱਚ 16 ਮਹਾਜਨਪਦਾਂ ਦੇ ਰੂਪ ਦੇ ਵਿੱਚ। ਕਿਹਦੇ ਵਿੱਚ ਹੋਈ ਸੀ ਇਹ? ਗੰਗਾ ਤੇ ਸਿੰਧ ਨਦੀ ਦੀਆਂ ਘਾਟੀਆਂ ਦੇ ਵਿੱਚ। ਇਹ ਤਿੰਨੋਂ ਹੀ ਟੌਪਿਕ ਨੇ ਜਿਹੜੇ ਵੈਦਿਕ ਪੀਰੀਅਡ, ਜੈਨਿਜ਼ਮ, ਬੁੱਧਿਜ਼ਮ ਤੇ ਮਹਾਜਨਪਦ, ਇਹਨਾਂ ਨੂੰ ਅਸੀਂ ਵੱਖਰੀਆਂ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਤਾਂ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਅੱਜ ਦਾ ਇਹ ਉਪਵਿਸ਼ਾ ਤੁਹਾਨੂੰ ਸਮਝ ਆਇਆ ਹੋਵੇਗਾ। ਇਸ ਨੂੰ ਲਾਈਕ ਕਰਨਾ ਨਾ ਭੁੱਲੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਤੁਸੀਂ ਆਉਣ ਵਾਲੀਆਂ ਹੋਰ ਵੀਡੀਓਜ਼ ਦੇ ਨੋਟੀਫਿਕੇਸ਼ਨ ਚਾਹੁੰਦੇ ਹੋ। ਅਗਰ ਤੁਸੀਂ ਸਾਡੇ ਨਾਲ ਆਨਲਾਈਨ ਕਲਾਸਿਸ ਟੈਟ ਦੇ ਲਈ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ ਹੈ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ।